ਸੰਗਤ ਟੈਲੀਵਿਜ਼ਨ ਦੇ ਮਾਧਿਅਮ ਦੁਆਰਾ ਜੁੜ ਬੈਠੇ ਪ੍ਰੇਮੀ ਜਨੋਂ, ਗੁਰੂ ਪਾਤਸ਼ਾਹ ਦੀ ਬੜੀ ਅਪਾਰ ਬਖਸ਼ਿਸ਼ ਹੈ ਕਿਉਂਕਿ ਸੰਗਤ ਟੈਲੀਵਿਜ਼ਨ ਜਿੱਥੇ ਹਮੇਸ਼ਾ ਧਰਮ ਦੀ ਗੱਲ ਹੁੰਦੀ ਹੈ, ਰੱਬ ਦੀ ਗੱਲ ਹੁੰਦੀ ਹੈ, ਮਨੁੱਖ ਦੇ ਮਨ ਤਨ ਆਤਮਾ ਧਰਮ ਕਮਾਉਣ ਦੀ ਗੱਲ ਹੁੰਦੀ ਹੈ ਤੇ ਸੰਗਤਾਂ ਸਤਿਗੁਰੂ ਪਾਤਸ਼ਾਹ ਦੀ ਅੰਮ੍ਰਿਤ ਬਾਣੀ ਦਾ ਆਨੰਦ ਮਾਣਦੀਆਂ ਨੇ। ਦਿਨ ਹੋਵੇ ਰਾਤ ਹੋਵੇ, ਜਦੋਂ ਵੀ ਸੰਗਤ ਟੈਲੀਵਿਜ਼ਨ ਦੇ ਮਾਧਿਅਮ ਦੁਆਰਾ ਆਪਾਂ ਜੁੜ ਬੈਠਦੇ ਹਾਂ ਤੇ ਰੱਬ ਦੀਆਂ ਗੱਲਾਂ ਸਰਵਣ ਕਰਦੇ ਹਾਂ। ਸੋ ਦਾਸ ਭਾਈ ਨਰਿੰਦਰ ਸਿੰਘ ਜੀ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਇਆ ਹੈ, ਪ੍ਰੋਗਰਾਮ ਲੈ ਕੇ ਗੁਰਬਾਣੀ ਇਸ ਜਗ ਮੈਂ ਚਾਨਣ। ਤੇ ਇਹ ਚਾਨਣ, ਇਹ ਪ੍ਰਕਾਸ਼, ਇਹ ਗਿਆਨ ਸਾਡੇ ਜੀਵਨ ਵਿੱਚ ਕਿਵੇਂ ਹੋ ਸਕਦਾ ਹੈ? ਗੁਰਬਾਣੀ ਸਾਨੂੰ ਇਹ ਦੱਸਦੀ ਹੈ, ਦੀਵਾ ਬਲੇ ਅੰਧੇਰਾ ਜਾਏ। ਗਿਆਨ ਦਾ ਜਦੋਂ ਅੰਦਰ ਦੀਵਾ ਜਗ ਜਾਂਦਾ ਹੈ, ਪ੍ਰਕਾਸ਼ ਹੋ ਜਾਂਦਾ ਹੈ ਤੇ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ। ਇਸ ਕਰਕੇ ਆਓ ਸਤ ਸੰਗੀ ਜੀ ਨੂੰ, ਜਿਤਨੀਆਂ ਵੀ ਸੰਗਤਾਂ ਜੁੜ ਬੈਠੀਆਂ ਨੇ, ਸਭ ਤੋਂ ਪਹਿਲਾਂ ਤੇ ਬੇਨਤੀ ਇਹ ਹੈ ਕਿ ਇਸ ਸਮੇਂ ਦੀ ਆਪਾਂ ਸੇਵਾ ਜ਼ਰੂਰ ਕਰੀਏ। ਗੁਰਬਾਣੀ ਦੀ ਸੇਵਾ ਕਰਨਾ, ਗੁਰੂ ਦੀ ਸੇਵਾ ਕਰਨਾ ਸਾਡਾ ਪਰਮ ਧਰਮ ਹੈ। ਆਪ ਸਕਰੀਨ ਤੇ ਵੇਖੋ ਨੰਬਰ, ਡਾਇਲ ਕਰਕੇ ਗੁਰਬਾਣੀ ਇਸ ਜਗ ਮੈਂ ਚਾਨਣ ਇਸ ਸਮੇਂ ਦੀ ਸੇਵਾ ਲੈ ਸਕਦੇ ਹੋ। ਸੋ ਆਓ ਆਪਾਂ ਗੁਰਬਾਣੀ ਦੇ ਨਾਲ ਜੁੜਦੇ ਹਾਂ ਤੇ ਵਿਚਾਰਾਂ ਦੀ ਸਾਂਝ ਪਾਉਣ ਵਾਸਤੇ ਦਾਸ ਦੇ ਨਾਲ ਲੰਡਨ ਸਟੂਡੀਓ ਵਿੱਚ ਭਾਈ ਨਿਰਪਾਲ ਸਿੰਘ ਜੀ ਪਰਦੇਸੀ ਪਹੁੰਚੇ ਨੇ। ਆਓ ਉਹਨਾਂ ਨੂੰ ਫਤਿਹ ਬੁਲਾ ਕੇ ਆਪਾਂ ਗੁਰਬਾਣੀ ਦੀ ਵਿਚਾਰ ਸ਼ੁਰੂ ਕਰਦੇ ਹਾਂ। ਭਾਈ ਨਿਰਪਾਲ ਸਿੰਘ ਜੀ, ਆਪ ਜੀ ਨੂੰ ਅਤੇ ਗੁਰੂ ਕੇ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪਰਦੇਸੀ ਸਾਹਿਬ, ਬਹੁਤ ਬਹੁਤ ਧੰਨਵਾਦ ਹੈ ਆਪ ਜੀ ਦਾ, ਜੋ ਵਿਚਾਰਾਂ ਦੀ ਸਾਂਝ ਪਾਉਣ ਵਾਸਤੇ ਆਪ ਸਟੂਡੀਓ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ। ਤੇ ਗੁਰੂ ਪਾਤਸ਼ਾਹ ਕਿਰਪਾ ਕਰਨ, ਅਸੀਂ ਆਪ ਖੁਦ ਵੀ ਔਰ ਜਿਤਨੀਆਂ ਸੰਗਤਾਂ ਜੁੜੀਆਂ ਨੇ, ਸਭ ਮਿਲ ਕਰਕੇ ਅਸੀਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਉਹ ਲਾਹਾ ਉਠਾਈਏ ਜਿਹੜਾ ਲਾਹਾ ਜੀਵਨ ਵਿੱਚ ਸਾਨੂੰ ਲੈਣਾ ਚਾਹੀਦਾ ਹੈ, ਜਾਂ ਕਿ ਜਿਸ ਮਕਸਦ ਵਾਸਤੇ ਸਾਨੂੰ ਇਹ ਜੀਵਨ ਮਿਲਿਆ ਹੈ, ਉਹ ਸਾਡਾ ਮਕਸਦ ਕੇਵਲ ਤੇ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੀ ਪੂਰਾ ਕਰ ਸਕਦੇ ਨੇ। ਇਸ ਕਰਕੇ ਜਿਵੇਂ ਜਿਵੇਂ ਆਪਾਂ ਵਿਚਾਰ ਕਰਾਂਗੇ, ਦੇਖਦੇ ਜਾਣਾ ਕਿ ਸਤਿਗੁਰੂ ਦੀ ਵਿਚਾਰ ਸਾਨੂੰ ਕੀ ਸਮਝਾ ਰਹੀ ਹੈ। ਸਾਡੇ ਔਗਣ ਜੋ ਨੇ ਉਹ ਸਤਿਗੁਰੂ ਪਾਤਸ਼ਾਹ ਦੱਸਦੇ ਨੇ, ਜਿਹੜੇ ਗੁਰੂ ਦੇ ਵਿੱਚ ਗੁਣ ਨੇ ਉਹ ਵੀ ਸਤਿਗੁਰੂ ਪਾਤਸ਼ਾਹ ਦੱਸਦੇ ਨੇ। ਅਸੀਂ ਆਪਣੇ ਅਵਗੁਣਾਂ ਨੂੰ ਛੱਡਣਾ ਹੈ, ਅਵਗੁਣਾਂ ਨੂੰ ਛੱਡ ਕੇ ਗੁਰੂ ਦੇ ਕੋਲੋਂ ਗੁਣ ਧਾਰਨ ਕਰਨੇ ਨੇ, ਤਾਂ ਕਿ ਅਸੀਂ ਆਪਣੇ ਜੀਵਨ ਵਿੱਚ ਕਾਮਯਾਬ ਹੋ ਸਕੀਏ। ਸੋ ਪਰਦੇਸੀ ਸਾਹਿਬ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਸੋ ਅੱਜ ਦਾ ਜੋ ਸ਼ਬਦ ਹੈ ਉਹ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦਾ ਉਚਾਰਨ ਕੀਤਾ ਹੋਇਆ। ਜਿੱਥੇ ਆਪਾਂ ਸ਼ਬਦ ਦੀ ਵਿਚਾਰ ਕਰਨੀ ਹੈ, ਉੱਥੇ ਸੰਗਤਾਂ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਕਰਨੀ ਹੈ ਕਿ ਸੰਗਤ ਟੈਲੀਵਿਜ਼ਨ ਨੂੰ ਸੇਵਾ ਕਰਦਿਆਂ ਹੋਇਆਂ 10 ਸਾਲ ਪੂਰੇ ਹੋਏ ਨੇ ਤੇ ਸੰਗਤ ਦੇ ਚਰਨਾਂ 'ਚ ਬਾਰੰਬਾਰ ਇਹ ਬੇਨਤੀ ਕੀਤੀ ਜਾ ਰਹੀ ਹੈ ਔਰ ਸੰਗਤਾਂ ਪ੍ਰਵਾਨ ਵੀ ਕਰ ਰਹੀਆਂ ਨੇ। ਜਿਨ੍ਹਾਂ ਨੇ ਅਜੇ ਤੱਕ ਸਾਡੀ ਇਸ ਬੇਨਤੀ ਨੂੰ ਪ੍ਰਵਾਨ ਨਹੀਂ ਕੀਤਾ, ਉਹਨਾਂ ਨੂੰ ਬੇਨਤੀ ਹੈ ਕਿ ਜਿਤਨਾ ਵੀ ਜਲਦੀ ਹੋ ਸਕੇ ਆਪ 10 ਪਾਉਂਡ ਦਾ ਡਾਇਰੈਕਟ ਡੈਬਿਟ ਜ਼ਰੂਰ ਭਰੋ। ਸਤਿਗੁਰੂ ਪਾਤਸ਼ਾਹ ਆਪ ਜੀ ਨੂੰ ਖੁਸ਼ੀਆਂ ਦੇ ਨਾਲ ਆਪ ਜੀ ਦੀਆਂ ਝੋਲੀਆਂ ਭਰਨਗੇ, ਇਤਨੀ ਕੁ ਸੇਵਾ ਕਰਨ ਦੇ ਨਾਲ ਹੀ। ਸੋ ਗੁਰੂ ਪਿਆਰਿਓ, ਜੀਵਨ ਵਿੱਚ ਕੋਈ ਫਰਕ ਨਹੀਂ ਪੈਂਦਾ। ਅਸੀਂ ਮਹਿੰਗੀਆਂ ਤੋਂ ਮਹਿੰਗੀਆਂ ਚੀਜ਼ਾਂ ਲੈਂਦੇ ਹਾਂ, ਉਹ ਪਰਮਾਤਮਾ ਦੀ ਕਿਰਪਾ ਦੁਆਰਾ ਆਨੰਦ ਮਾਣਦੇ ਹਾਂ, ਚੰਗਾ ਖਾਂਦੇ ਹਾਂ, ਚੰਗਾ ਪਹਿਨਦੇ ਹਾਂ, ਚੰਗੇ ਘਰ ਨੇ, ਚੰਗੀਆਂ ਗੱਡੀਆਂ ਨੇ, ਸਾਰੀ ਸੁੱਖ ਸੁਵਿਧਾ ਉਸ ਪਰਮਾਤਮਾ ਨੇ ਦਿੱਤੀ ਹੋਈ ਹੈ। ਤਾਂ ਕੀ ਅਸੀਂ ਪਰਮਾਤਮਾ ਦੇ ਸ਼ੁਕਰਾਨੇ ਵਜੋਂ ਇੱਕ 10 ਪਾਉਂਡ ਦੀ ਸੇਵਾ ਨਹੀਂ ਕਰ ਸਕਦੇ? ਕਰ ਸਕਦੇ ਹਾਂ।
ਸੋ ਗੁਰੂ ਪਿਆਰਿਓ, ਆਓ ਡਾਇਰੈਕਟ ਡੈਬਿਟ 10 ਪਾਉਂਡ ਦਾ ਜ਼ਰੂਰ ਭਰੋ, ਤਾਂ ਕਿ ਸੰਗਤ ਟੈਲੀਵਿਜ਼ਨ ਨੂੰ ਪ੍ਰਫੁੱਲਤ ਕਰਨ ਵਾਸਤੇ ਆਪ ਜੀ ਦੇ ਸਹਿਯੋਗ ਦੀ ਅਤੀ ਲੋੜ ਹੈ। ਜੋ ਪ੍ਰਬੰਧਕ ਨੇ ਦੱਸਦੇ ਨੇ ਕਿ ਜੇ ਸਾਡੇ ਕੋਲ 10,000 ਇਹ ਸੰਗਤਾਂ ਪਹੁੰਚ ਜਾਣ ਫਿਰ ਕੋਈ ਦਿੱਕਤ ਨਹੀਂ ਹੋ, ਪਰ ਗੁਰੂ ਪਿਆਰੇ ਸੋਚ ਸਕਦੇ ਹੋ ਅਜੇ ਸਾਡੇ ਕੋਲ ਅਜੇ ਤੱਕ 2,000 ਪਹੁੰਚੇ ਨੇ ਤੇ ਕਦੋਂ 10,000 ਹੋਣਗੇ। ਸੋ ਸੰਗਤਾਂ ਜੇਕਰ ਹਿੰਮਤ ਜਟਾਉਣ ਤੇ ਇਹ ਇੱਕ ਦਿਨ ਦਾ ਹੀ ਕੰਮ ਹੈ। ਸਾਰੀਆਂ ਸੰਗਤਾਂ ਜ਼ਰੂਰ ਟੈਲੀਫੋਨ ਕਰਕੇ ਡਾਇਰੈਕਟ ਡੈਬਿਟ ਭਰੋ। ਆਸ ਹੈ ਕਿ ਦਾਸ ਦੀ ਬੇਨਤੀ ਨੂੰ ਸੰਗਤਾਂ ਇਹ ਜ਼ਰੂਰ ਪ੍ਰਵਾਨ ਕਰਨਗੀਆਂ। ਸੋ ਆਓ ਪਰਦੇਸੀ ਸਾਹਿਬ ਜੀ, ਜੋ ਅੱਜ ਦਾ ਸ਼ਬਦ ਹੈ ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦਾ ਸ੍ਰੀ ਰਾਗ ਵਿੱਚ ਉਚਾਰਨ ਕੀਤਾ ਹੋਇਆ, ਉਸ ਦੇ ਬਾਰੇ ਸੰਗਤਾਂ ਦੇ ਨਾਲ ਜ਼ਰੂਰ ਸਾਂਝ ਪਾਓ ਜੀ। ਵਾਹਿਗੁਰੂ ਜੀ। ਸੰਗਤ ਜੀ, ਸਭ ਤੋਂ ਪਹਿਲਾਂ ਸੰਗਤ ਜੀ ਆਪ ਜੀ ਦਾ ਧੰਨਵਾਦ, ਫਿਰ ਮੇਰੇ ਸੰਗੀ ਸਾਥੀ ਨਰਿੰਦਰ ਸਿੰਘ ਜੀ ਦਾ, ਇਸ ਸੰਗਤ ਟੈਲੀਵਿਜ਼ਨ ਦੇ ਪ੍ਰਬੰਧਕਾਂ ਦਾ, ਕਿ ਸੰਗਤ ਜੀ ਆਪ ਜੀ ਦੇ ਇਸ ਤਰ੍ਹਾਂ ਦਰਸ਼ਨ ਦੀਦਾਰੇ ਸਤਿਗੁਰਾਂ ਦੀ ਕਿਰਪਾ ਰਹਿਮਤ ਨਾਲ ਮਿਲੇ। ਸੋ ਦੇਹੋ ਸੱਜਣ ਅਸੀਸਣੀਆਂ, ਜੇ ਹੋਵੇ ਸਾਹਿਬ ਸਿਓ ਮੇਲ। ਮੇਰੇ ਸੰਗੀ ਨਰਿੰਦਰ ਸਿੰਘ ਜੀ ਨੇ ਬਹੁਤ ਸੋਹਣੇ ਸ਼ਬਦਾਂ 'ਚ ਆਪ ਜੀ ਨਾਲ ਇੱਕ ਸਾਂਝ ਪਾਈ ਕਿ ਅਸੀਂ ਗੁਰਬਾਣੀ ਇਸ ਜਗ ਮੇਂ ਚਾਨਣ, ਇੱਥੇ ਅਸੀਂ ਆਪਣੇ ਸਤਿਗੁਰਾਂ ਦੇ ਉਪਦੇਸ਼ ਤੋਂ ਸਿੱਖ ਲੈ ਕੇ ਆਪਣੇ ਇਸ ਜੀਵਨ ਨੂੰ ਸਫਲਾ ਕਰਨਾ ਹੈ, ਕਿਉਂਕਿ ਮਹਾਰਾਜ ਦੇ ਹੁਕਮ ਨੇ ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮੈਂ ਸਾਹ। ਤੇ ਇਸ ਉੱਤਮ ਪਦਵੀ ਨੂੰ ਪਾਉਣ ਵਾਸਤੇ ਮੇਰੇ ਸਤਿਗੁਰ ਜੀ ਫਿਰ ਸਾਨੂੰ ਸੀਖ ਬਖਸ਼ਦੇ ਨੇ ਕਿ ਕਿੱਦਾਂ ਪਹਿਲੀ ਸੀੜੀ ਤੋਂ ਚੱਲ ਕੇ ਦੂਜੀ ਸੀੜੀ, ਤੀਜੀ ਸੀੜੀ, ਤੇ ਫਿਰ ਮੈਨੂੰ ਇਹ ਨਾਮ ਦੀ ਕਮਾਈ ਤੱਕ ਪਹੁੰਚਣਾ ਹੈ। ਤੇ ਮੇਰੇ ਸਤਿਗੁਰਾਂ ਦੀ ਹੀ ਬਖਸ਼ਿਸ਼ ਹੈ। ਅਸੀਂ ਅਰਦਾਸ 'ਚ ਮੰਗਦੇ ਹਾਂ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਤੇ ਫਿਰ ਪਿਆਰਿਓ ਫਿਰ ਨਾਮ ਦਾਨ ਦੀ ਬਖਸ਼ਿਸ਼ ਮਹਾਰਾਜ ਦੀ ਕਿਰਪਾ ਨਾਲ ਹੀ ਮਿਲਦੀ ਹੈ। ਸੋ ਇਹ ਪੜ੍ਹਾਈ ਹੈ, ਸਿੱਖ ਦਾ ਕੰਮ ਹੀ ਹੈ ਸਿੱਖਣਾ, ਤੇ ਉਹ ਵਡਭਾਗੀ ਸਿੱਖ ਜਿਹੜਾ ਸ਼ਬਦ ਗੁਰੂ ਨਾਲ ਜੁੜਿਆ ਹੋਇਆ ਹੈਗਾ, ਤੇ ਫਿਰ ਭਾਗਾਂ ਵਾਲੇ ਹਾਂ। ਤੇ ਅੱਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਨਾਲ ਅਸੀਂ ਸ਼ਬਦ ਰਾਹੀਂ, ਉਹਨਾਂ ਦੇ ਉਪਦੇਸ਼ ਰਾਹੀਂ ਸਾਂਝ ਪਾ ਕੇ ਸਿੱਖ ਲੈ ਕੇ ਤੇ ਇਹ ਵਿਚਾਰਾਂ ਸਾਂਝੀਆਂ ਕਰਨੀਆਂ ਹਨ। ਤੇ ਅੱਜ ਇਸ ਸੰਸਾਰ ਦੇ ਵਿਚਕਾਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨਾਲ ਜੁੜਨਾ ਉੱਤਮ ਤੋਂ ਉੱਤਮ ਹੈ, ਕਿਉਂਕਿ ਸਤਿਗੁਰੂ ਜੀ ਦੇ ਇੱਦਾਂ ਹੱਥ ਪਸਾਰੇ ਨੇ, ਕੋਈ ਵੀ ਭਰਾ ਹੋਵੇ ਉਹ ਆਏ ਪਿਆਰ ਤੇ ਸੁਚਮ ਦੇ ਨਾਲ ਸਤਿਗੁਰੂ ਜੀ ਨੂੰ ਆਪਣਾ ਗੁਰੂ ਧਾਰਨਾ ਚਾਹੁੰਦਾ। ਤੇ ਗੁਰੂ ਮਹਾਰਾਜ ਜਿੱਦਾਂ ਰੱਬ ਕਹਿੰਦਾ ਜੀ ਆਇਆਂ ਨੂੰ, ਤੇ ਸਤਿਗੁਰੂ ਜੀ ਕਹਿੰਦੇ ਨੇ ਜੀ ਆਇਆਂ ਨੂੰ, ਬਾਣੀ ਪ੍ਰਭ ਕੀ ਸਭ ਕੋ ਬੋਲੇ। ਤੇ ਵਡਭਾਗੀ ਹੋ, ਸਿੱਖ ਧਰਮ ਦੇ ਵਿਚਕਾਰ ਮੈਂ ਜਨਮ ਲਿੱਤਾ ਹੈ, ਤੇ ਇਹ ਮੇਰਾ ਬਹੁਤ ਵੱਡਾ ਭਾਗ ਹੈ। ਤੇ ਜਦੋਂ ਮੈਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨਾਲ ਜੁੜਦਾ ਹਾਂ, ਤੇ ਫਿਰ ਮੇਰਾ ਇਹ ਉੱਤਮ ਕਰਮ ਹੈ, ਇਹ ਮੇਰਾ ਜੀਵਨ ਸਫਲਾ ਹੁੰਦਾ ਹੈ, ਇਹ ਮੇਰੀ ਦੇਹ ਥਾਂ ਪੈਂਦੀ ਹੈ। ਤੇ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 31 ਅੰਗ ਤੇ ਤੀਜੇ ਗੁਰੂ ਨਾਨਕ ਸਾਹਿਬ ਜੀ ਦੇ ਉਪਦੇਸ਼ ਨੇ। ਸ੍ਰੀ ਰਾਗ ਮਹਿਲਾ ਤੀਜਾ, ਅੰਮ੍ਰਿਤ ਛੋੜ ਵਿਖਿਆ ਲੋ ਭਾਣੇ, ਸੇਵਾ ਕਰੇ ਵਿਢਾਣੀ, ਆਪਣਾ ਧਰਮ ਗਵਾਵੇ ਬੁਝੇ ਨਾਹੀ, ਅਨ ਦਿਨ ਦੁੱਖ ਵਿਹਾਣੀ, ਮਨ ਮੁਖ ਅੰਧ ਨ ਚੇਤਹੀ, ਡੁੱਬ ਮੂਏ ਬਿਨ ਪਾਣੀ। ਇੱਥੇ ਮਹਾਰਾਜ ਰਹਾਓ ਬੰਦ ਬਖਸ਼ਦੇ ਨੇ, ਮਨ ਰੇ ਸਦਾ ਭਜੋ ਹਰ ਸ਼ਰਣਾਈ, ਗੁਰ ਕਾ ਸ਼ਬਦ ਅੰਤਰ ਵਸੇ, ਤਾਂ ਹਰ ਵਿਸਰ ਨਾ ਜਾਈ ਰਹਾਓ। तो गुरु प्यारियो, महाराज के उपदेश ने कर बंदे तू बंदगी जिचर घट में साह, ये होना किदां, ये गुर का शब्द ते मेरे सतगुरु जी का शब्द गुरबाणी कित्थों भी प्यार पै जे। जपजी साहब, सुखमनी साहब, महाराज जी पेट करते हुए भी किसी उपदेश से इस शब्द का प्यार पै जे, गुर का शब्द मेरे अंदर वसे, अंतर वसे, तां हर विसर न जाई। फिर वो जो बंदगी करनी है वो सच्चा नहीं विसर जाएगा। तो एक गुरु महाराज वास्ते महाराज के उपदेश ने
ਗੁਰੂ ਪਰਮੇਸ਼ਰ ਇੱਕੋ ਜਾਣ, ਤੇ ਉਹ ਹਰ ਤੇ ਇਹ ਗੁਰੂ ਸਤਿਗੁਰੂ ਇੱਕੋ ਜਾਣ। ਕਿਉਂ ਪਿਆਰਿਓ, ਮਹਾਰਾਜ ਦੇ ਉਪਦੇਸ਼ ਨੇ ਔਰ ਸਾਨੂੰ ਹੁਣ ਤੱਕ ਜਿਤਨਾ ਵੀ ਅਧਿਆਇ ਮਿਲਿਆ ਹੈ, ਜਿਤਨਾ ਵੀ ਗਿਆਨ ਮਿਲਿਆ ਹੈ, ਸਭ ਨੇ ਇਹੀ ਕਿਹਾ ਅਸੀਂ ਮੁਕਤ ਹੋਣਾ ਹੈ। ਕਿਸ ਤੋਂ? ਜਨਮ ਮਰਨ ਤੋਂ, ਇਸ ਦੁੱਖ ਤੋਂ। ਤੇ ਗੁਰੂ ਪਿਆਰਿਓ, ਸ਼ਬਦ ਮੁਕਤ ਹੈ, ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸ਼ਬਦ ਧੁਰ ਕੀ ਬਾਣੀ ਹੈ, ਤੇ ਜੋ ਆਪ ਮੁਕਤ ਹੈ ਉਹੀ ਮੁਕਤ ਕਰਾਏਗਾ। ਤੋ ਗੁਰਬਾਣੀ ਨਾਲ ਜੁੜ ਕੇ ਅਸੀਂ ਆਪਣੇ ਜੀਵਨ ਨੂੰ ਸਫਲਾ ਕਰੀਏ। ਇੱਥੇ ਮਹਾਰਾਜ ਨੇ ਰਹਾਉ ਪਦ ਦੇ ਸਾਨੂੰ ਬਖਸ਼ਿਸ਼ ਕੀਤੀ ਕਿ ਗੁਰ ਕਾ ਸ਼ਬਦ, ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸ਼ਬਦ ਨਾਲ ਮੈਂ ਉਸ ਪਰਮਾਤਮਾ, ਉਸ ਹਰ ਨੂੰ ਜੋ ਇੱਥੇ ਹੀ ਬੈਠਾ ਹੈ, ਇਸ ਨੂੰ ਮੈਂ ਪ੍ਰਗਟ ਕਰਾਂ। ਇਹ ਅੰਮ੍ਰਿਤ ਛਕਣ ਦੀ ਅਭਿਆਸ ਵਿੱਚ ਅੱਗੇ ਵਧਾਂ। ਤਾਂ ਗੁਰ ਕਾ ਸ਼ਬਦ ਅੰਤਰ ਵਸੇ ਤਾਂ ਹਰ ਵਿਸਰ ਨਾ ਜਾਈ, ਮਨ ਰੇ ਸਦਾ ਭਜੋ ਹਰ ਸ਼ਰਣਾਈ। ਤੇ ਹਰ ਸ਼ਰਣਾਈ ਤੇ ਗੁਰੂ ਪਰਮੇਸ਼ਰ ਏਕੋ ਜਾਣ, ਤੇ ਸ਼ਰਣੀ ਅਸੀਂ ਆਪਣੇ ਸਤਿਗੁਰਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪੈਣਾ ਹੈ। ਅਸੀਂ ਇਸ ਸਮੇਂ ਤੋਂ, ਇਸ ਵਿਕਾਰਾਂ ਤੋਂ ਬਚ ਜਾਵਾਂਗੇ। ਮਹਾਰਾਜ ਮੇਰੇ ਇੱਥੇ ਉਪਦੇਸ਼ ਦੀ ਆਰੰਭਤਾ 'ਚ ਬਖਸ਼ਾ ਰਹੇ ਨੇ। ਅੱਜ ਸਾਡੇ ਹਾਲਾਤ ਕੀ ਨੇ? ਅੰਮ੍ਰਿਤ ਛੋੜ ਵਿਖਿਆ ਲੁਬਾਣੇ, ਸੇਵਾ ਕਰੇ ਵਿਡਾਣੀ। ਅਸੀਂ ਅੰਮ੍ਰਿਤ ਨੂੰ ਛੱਡਿਆ ਹੋਇਆ ਹੈ, ਇਹ ਰਸ ਅੰਮ੍ਰਿਤ, ਤੇ ਉਸ ਪਿੱਛੇ ਦੌੜਦੇ ਹਾਂ ਜਿਸ ਦੇ ਨਾਲ ਸਾਨੂੰ ਸੁੱਖ ਨਹੀਂ ਮਿਲਣਾ ਜੇ ਇਸ ਦੀ ਕਮਾਈ ਨਹੀਂ ਹੈ। ਤੇ ਮਹਾਰਾਜ ਕਹਿੰਦੇ ਨੇ ਉਸ ਛਲਾਵੇ ਪਿੱਛੇ ਦੌੜਦੇ ਪਏ ਹਾਂ, ਤੇ ਜਿਹੜਾ ਅੰਮ੍ਰਿਤ ਰਸ ਹੈ ਉਸ ਨੂੰ ਨਹੀਂ ਅਸੀਂ ਸਮਝ ਰਹੇ, ਨਹੀਂ ਕਮਾ ਰਹੇ, ਤੇ ਅਸੀਂ ਸੇਵਾ ਵੀ ਫਿਰ ਪੁੱਠੇ ਸਿੱਧੇ ਦੀ ਕਰਦੇ ਹਾਂ। ਖਸਮ ਛੋਟ ਦੂਜੇ ਲੱਗੇ, ਡੁੱਬੇ ਸੇਵਣ ਜਾ ਰਿਹਾ, ਉਹ ਅਵਸਥਾ ਵਿੱਚ ਅਸੀਂ ਵਿਚਰਦੇ ਪਏ ਹਾਂ। ਫਿਰ ਆਪਣਾ ਧਰਮ ਗਵਾਵੇ, ਧਰਮ ਮੇਰਾ ਕੀ ਹੈ ਉਹ ਮੈਂ ਗਵਾ ਬੈਠਦਾ। ਮੈਂ ਬੁੱਝਦਾ ਨਹੀਂ ਹੈ ਕਿਉਂਕਿ ਮੈਂ ਸ਼ਬਦ ਨਾਲ ਕਮਾਈ ਨਹੀਂ ਕੀਤੀ। ਸ਼ਬਦ ਦੀ ਕਮਾਈ ਗੁਰੂ ਪਿਆਰਿਓ ਅਸੀਂ ਪੜ੍ਹਨਾ ਸ਼ੁਰੂ ਕਰੀਏ, ਹੋ ਗਈ ਸ਼ੁਰੂ, ਕੋਈ ਗੱਲ ਨਹੀਂ, ਅੱਜ ਸਮਝ ਨਹੀਂ ਆਇਆ, ਲੇਕਿਨ ਇਹ ਪਹਿਲੀ ਸੀੜੀ ਹੈ। ਗੁਰਮੁਖ ਪਿਆਰੇ ਮਿਲਦੇ ਨੇ, ਵਿਚਾਰਾਂ ਹੁੰਦੀਆਂ ਨੇ, ਅਸੀਂ ਸਮਝਦੇ ਹਾਂ, ਫਿਰ ਅਸੀਂ ਅਪਣਾਉਂਦੇ ਹਾਂ। ਜਪਜੀ ਸਾਹਿਬ ਵਿੱਚ ਉਪਦੇਸ਼ ਨੇ, ਪਹਿਲੇ ਗਾਣ ਦੇ, ਫਿਰ ਸੁਣਨ ਦੇ, ਫਿਰ ਮੰਨਣ ਦੇ। ਤੇ ਗੁਰੂ ਪਿਆਰਿਓ ਫਿਰ ਆਪਣਾ ਧਰਮ ਗਵਾਵੇਂ, ਬੁੱਝੇ ਨਹੀਂ, ਅੰਦਨ ਦੁੱਖ ਵੀ ਆਣੀ, ਫਿਰ ਮੈਂ ਦੁੱਖ 'ਚ ਫਸਿਆ ਰਹਾਂਗਾ। ਜੇ ਸ਼ਬਦ ਦੀ ਸੱਚੇ ਸ਼ਬਦ ਦੀ ਕਮਾਈ ਨਹੀਂ ਕਰਾਂਗਾ ਤੇ ਫਿਰ ਮਨਮੁਖ ਅੰਧ ਨਾ ਚੇਤ ਹੀ, ਡੁੱਬ ਮੂਏ ਬਿਨ ਪਾਣੀ। ਇੱਦਾਂ ਡੁੱਬ ਜਾਵਾਂਗਾ ਕਿ ਜਿੱਦਾਂ ਕਹਿੰਦੇ ਚੁੱਲ੍ਹੂ ਭਰ ਪਾਣੀ 'ਚ ਡੁੱਬਣ ਦੀ ਕਹਾਵਤ ਹੈ। ਪਾਣੀ ਨਹੀਂ ਹੋਏਗਾ ਲੇਕਿਨ ਮੈਂ ਡੁੱਬ ਜਾਵਾਂਗਾ। ਮੇਰਾ ਜੀਵਨ ਸਫਲਾ ਤਾਂ ਹੀ ਹੋਣਾ ਜੇ ਮੈਂ ਆਪਣੇ ਸਤਿਗੁਰਾਂ ਸ਼ਬਦ ਗੁਰੂ ਨਾਲ ਜੁੜ ਕੇ ਤੇ ਆਪਣੇ ਉਸ ਪਰਮਾਤਮਾ ਨੂੰ ਆਪਣੇ ਅੰਦਰ ਵਸਾ ਕੇ ਆਪਣਾ ਜੀਵਨ ਅੱਗੇ ਲੈ ਜਾਵਾਂਗਾ। ਗੁਰੂ ਪ੍ਰੇਮੀ ਜਨੋ, ਪਰਦੇਸੀ ਸਾਹਿਬ ਜੀ ਨੇ ਗੁਰਬਾਣੀ ਦੀਆਂ ਕੁਝ ਗਹਿਰੀਆਂ ਵਿਚਾਰਾਂ ਆਪ ਜੀ ਦੇ ਸਨਮੁਖ ਰੱਖੀਆਂ ਨੇ ਕਿ ਇਨਸਾਨ ਮੁਕਤ ਕਿਵੇਂ ਹੋ ਸਕਦਾ ਹੈ ਔਰ ਕਿਹੜੀਆਂ ਗੱਲਾਂ ਤੋਂ ਮੁਕਤ ਹੋਣਾ ਹੈ। ਵਿਚਾਰ ਗੁਰਬਾਣੀ ਦੇ ਨੇ। ਗੁਰਬਾਣੀ ਹੀ ਸਾਨੂੰ ਦੱਸਦੀ ਹੈ ਕਿ ਆਪ ਮੁਕਤ ਕਰੇ ਸੰਸਾਰ। ਵਾਹਿਗੁਰੂ ਜੋ ਆਪ ਮੁਕਤ ਹੈ ਉਹ ਸੰਸਾਰ ਨੂੰ ਮੁਕਤ ਕਰ ਸਕਦਾ ਹੈ। ਜਿਹੜਾ ਆਪ ਹੀ ਬੰਧਨਾਂ ਦੇ ਵਿੱਚ ਬੱਝਾ ਹੋਇਆ ਹੋਵੇ। ਬੰਧਨ ਕਿਹੜੇ ਨੇ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਸਾਰੇ ਬੰਧਨੇ ਨੇ। ਇਹ ਸਾਨੂੰ ਧਰਮ ਨਹੀਂ ਕਮਾਉਣ ਦਿੰਦੇ। ਵਾਹਿਗੁਰੂ ਇਹਨਾਂ ਦੇ ਵਿੱਚ ਫਸਿਆ ਹੋਇਆ ਮਨੁੱਖ ਧਰਮ ਦੀ ਗੱਲ ਸੁਣਦਾ ਤੇ ਰਹੇਗਾ ਪਰ ਧਰਮ ਕਮਾਵੇਗਾ ਨਹੀਂ। ਵਾਹਿਗੁਰੂ ਇਸ ਕਰਕੇ ਗੁਰੂ ਦੇ ਚਰਨਾਂ 'ਚ ਬੇਨਤੀ ਕਰਨੀ ਹੈ, ਸੱਚੇ ਪਾਤਸ਼ਾਹ, ਕਾਮ, ਕ੍ਰੋਧ, ਲੋਭ, ਝੂਠ, ਨਿੰਦਾ, ਇਨ ਤੇ ਆਪ ਛਡਾਵੋ। ਕਿਉਂਕਿ ਇਹੀ ਸੰਗਲ ਨੇ ਜਿਹੜੇ ਸਾਡੇ ਜੀਵਨ ਨੂੰ ਬੰਨ੍ਹ ਕੇ ਜਿਨ੍ਹਾਂ ਨੇ ਰੱਖਿਆ ਹੋਇਆ ਹੈ। ਜਦ ਤੱਕ ਬੰਧਨ ਤੋੜੇ ਹੋਵੇ ਮੁਕਤ, ਜਦ ਤੱਕ ਇਹ ਸਾਡੇ ਬੰਧਨ ਨਹੀਂ ਟੁੱਟਦੇ, ਅਸੀਂ ਆਪਣੇ ਜੀਵਨ ਵਿੱਚ ਆਤਮਿਕ ਤੌਰ ਤੇ ਉਡਾਰੀ ਨਹੀਂ ਮਾਰ ਸਕਾਂਗੇ। ਜਾਂ ਇਹੋ ਸਮਝੀਏ ਕਿ ਜਿਹੜਾ ਬੇੜਾ ਹੈ ਉਹ ਸੰਗਲਾਂ ਦੇ ਨਾਲ ਬੱਝਾ ਹੋਇਆ, ਕਿਨਾਰੇ ਲੱਗਾ ਹੋਇਆ ਹੈ। ਜੇ ਦੂਸਰੇ ਕਿਨਾਰੇ ਜਾਣਾ ਹੋਵੇ ਤਾਂ ਪਹਿਲਾਂ ਉਹ ਸੰਗਲ ਖੋਲ੍ਹਣੇ ਪੈਣਗੇ। ਅਗਰ ਉਹ ਸੰਗਲ ਨਹੀਂ ਖੋਲੇ, ਉਹ ਰੱਸੇ ਨਹੀਂ ਖੋਲੇ, ਤੇ ਫਿਰ ਕਿਤਨਾ ਵੀ ਚੱਪੂ ਲਾਈ ਜਾਈਏ, ਵਾਹਿਗੁਰੂ, ਉਹ ਬੇੜਾ ਕਿੱਥੇ ਜਾਵੇਗਾ? ਕਿਤੇ ਵੀ ਨਹੀਂ ਜਾਵੇਗਾ। ਐਵੇਂ ਚੱਪੂ ਲਾ ਕੇ ਥੱਕ ਜਾਵਾਂਗੇ ਤੇ ਸੋਚਾਂਗੇ ਪਤਾ ਨਹੀਂ ਕਿੱਥੇ ਪਹੁੰਚੇ, ਕਿਤੇ ਵੀ ਨਹੀਂ ਪਹੁੰਚੇ। ਕਿਉਂਕਿ ਜਿਹਨਾਂ ਬੰਧਨਾਂ ਦੇ ਨਾਲ ਬੇੜਾ ਬੱਝਾ ਹੋਇਆ ਸੀ ਉਹ ਰੱਸੇ ਨਹੀਂ ਖੋਲੇ।
ਇਸ ਕਰਕੇ ਗੁਰੂ ਪਿਆਰਿਓ, ਸਭ ਤੋਂ ਪਹਿਲਾਂ ਤੇ ਬੰਧਨ ਹੀ ਤੋੜਨੇ ਪੈਂਦੇ ਨੇ। ਬੰਧਨ ਤੋੜੇ ਹੋਵੇ ਮੁਕਤ, ਸੋਈ ਬ੍ਰਾਹਮਣ ਪੂਜਣ ਜੁਗਤ। ਉਹੀ ਬ੍ਰਾਹਮਣ ਭਾਵ ਕਿ ਜਿਸਨੇ ਬ੍ਰਹਮ ਦੀ ਅਵਸਥਾ ਪ੍ਰਾਪਤ ਕੀਤੀ ਹੈ, ਵਾਹਿਗੁਰੂ। ਉਸਨੇ ਆਪਣੇ ਬੰਧਨ ਆਪ ਤੋੜੇ ਨੇ। ਤੇ ਗੁਰੂ ਪਿਆਰਿਓ, ਫਿਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਆਵਾਜ਼ ਆਉਂਦੀ ਹੈ, ਸਤਿਗੁਰ ਸਿੱਖ ਕੇ ਬੰਧਨ ਕਾਟੇ। ਕੌਣ ਕੱਟੇਗਾ? ਵੇਖੋ, ਅਸੀਂ ਸਤਿਗੁਰੂ ਦੀ ਆਵਾਜ਼ ਨੂੰ ਸੁਣਦੇ ਨਹੀਂ, ਭਾਵੇਂ ਬਾਣੀ ਪੜ੍ਹਦੇ ਵੀ ਹਾਂ, ਸੁਣਦੇ ਵੀ ਹਾਂ। ਸਤਿਗੁਰੂ ਦੀ ਆਵਾਜ਼ ਨੂੰ ਪਹਿਚਾਣੋ ਕਿ ਇਹ ਐਸਾ ਸਤਿਗੁਰੂ ਜੋ ਸਾਡੇ ਬੰਧਨ ਤੋੜੇਗਾ। ਵਾਹਿਗੁਰੂ। ਸਤਿਗੁਰ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸਿੱਖ ਵਿਕਾਰ ਤੇ ਹਾਟੇ। ਇਹ ਵਿਕਾਰਾਂ ਦੇ ਰਸੇ ਸਾਨੂੰ ਪਏ ਹੋਏ ਨੇ। ਵਾਹਿਗੁਰੂ। ਇਸ ਕਰਕੇ ਸਾਰੀ ਉਮਰ ਅਸੀਂ ਧਰਮ ਦੇ ਕਰਮ ਵੀ ਕਰਦੇ ਰਹਿੰਦੇ ਹਾਂ, ਪਰ ਕਿਸੇ ਮੁਕਾਮ ਤੇ ਪਹੁੰਚਦੇ ਨਹੀਂ ਹੈ। ਸੋ ਸਤਿਗੁਰੂ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸਿੱਖ ਵਿਕਾਰ ਤੇ ਹਾਟੇ। ਸਤਿਗੁਰ ਸਿੱਖ ਕਉ ਨਾਮ ਧਨ ਦੇ। ਆ ਸਤਿਗੁਰੂ ਪਾਤਸ਼ਾਹ ਨਾਮ ਦੀਆਂ ਦਾਤਾਂ ਮੰਗਦੇ ਆ ਨਾ ਕਿ ਸੱਚੇ ਪਾਤਸ਼ਾਹ ਮੰਗ ਨਾ ਮੰਗਨ ਨੀਕਾ, ਹਰ ਜਸ ਗੁਰ ਤੇ ਮੰਗਣਾ। ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ ਦੇ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ। ਇਹ ਤੇ ਨਾਮ ਦੀ ਮਹਿਮਾ ਹੈ। ਜੇਕਰ ਨਾਮ ਸਾਡੀ ਸਮਝ ਵਿੱਚ ਪੈ ਜਾਵੇ। ਅੱਜ ਸਤਿਗੁਰੂ ਪਾਤਸ਼ਾਹ ਨੇ ਨਾਮ ਦੀ ਮਹਿਮਾ ਕਰਦਿਆਂ ਹੋਇਆਂ ਅੰਮ੍ਰਿਤ ਦੀ ਗੱਲ ਕੀਤੀ ਹੈ। ਜਿਸ ਜਲ ਨਿਧ ਕਾਰਨ ਤੁਮ ਜਗ ਆਏ। ਜਿਸ ਅੰਮ੍ਰਿਤ ਦੀ ਪ੍ਰਾਪਤੀ ਵਾਸਤੇ ਸਾਨੂੰ ਮਨੁੱਖਾ ਜਨਮ ਮਿਲਿਆ ਹੈ, ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਛੋਡੋ ਵੇਸ ਭੇਖ ਚਤਰਾਈ, ਦੁਬਦਾ ਇਹ ਫਲ ਨਾਹੀ ਜੀਓ। ਇੱਕ ਤੇ ਭੇਖਾਂ ਵਿੱਚ ਥੋੜੋ ਮਿਲਦਾ ਹੈ, ਅੰਦਰ ਤੇ ਲੋਭ ਬੈਠਾ ਏ, ਅੰਦਰ ਹੰਕਾਰ ਬੈਠਾ ਏ। ਬਾਹਰੋਂ ਵਸਤਰ ਪਾ ਲੈ, ਫਰੀਦਾ ਕਾਲੇ ਮੈਡੇ ਕੱਪੜੇ, ਕਾਲਾ ਮੈਡਾ ਵੇਸ, ਗੁਨਹੀ ਭਰਿਆ ਮੈਂ ਫਿਰਾਂ। ਲੋਕ ਕਹੇ ਦਰਵੇਸ਼, ਕਹਿੰਦੇ ਚੰਗੇ ਮੈਂ ਇਹ ਕਾਲੇ ਕੱਪੜੇ ਪਾਏ, ਲੋਕੀ ਕਿ ਮੈਨੂੰ ਦਰਵੇਸ਼ ਹੀ ਕਹਿਣ ਲੱਗ ਪਏ। ਗੁਰੂ ਪਿਆਰਿਓ, ਧਰਮ ਇਹ ਕੋਈ ਦਿਖਾਵਾ ਨਹੀਂ ਹੋ। ਧਰਮ ਇਹ ਸਰੀਰ ਸਭ ਧਰਮ ਹੈ। ਜਿਸ ਅੰਦਰ ਸੱਚੇ ਕੀ ਵਿੱਚ ਜੋਤ, ਧਰਮ ਅੰਦਰੋਂ ਪ੍ਰਗਟ ਹੁੰਦਾ ਹੈ, ਬਾਹਰੋਂ ਆਕਾਸ਼ ਤੋਂ ਨਹੀਂ ਉਤਰਦਾ। ਇਹ ਉਹ ਸਰੀਰ ਸਭ ਧਰਮ ਹੈ ਜਿਸ ਅੰਦਰ ਸੱਚੇ ਕੀ ਵਿੱਚ ਜੋਤ, ਗੋਹਜ ਰਤਨ ਵਿੱਚ ਲੁਕ ਰਹੇ। ਕੋਈ ਗੁਰਮੁਖ ਸੇਵਕ ਕੱਢੇ ਖੋਤ। ਗੁਰੂ ਪਾਤਸ਼ਾਹ ਕਹਿੰਦੇ ਖੋਜ ਲੈ। ਧਰਮ ਤੇਰੇ ਅੰਦਰ ਹੀ ਹੈ, ਕਿਉਂਕਿ ਅੰਦਰੋਂ ਹੀ ਸਚਿਆਰ ਹੋਣਾ ਹੈ, ਅੰਦਰੋਂ ਨਿਰਮਲ ਹੋਣਾ ਹੈ, ਪਵਿੱਤਰ ਹੋਣਾ ਹੈ। ਪਵਿੱਤਰ 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 ਪਨੀਤ, ਨਾਮ ਜਪੇ ਨਾਨਕ ਮਨ ਪ੍ਰੀਤ। ਇਸ ਕਰਕੇ ਅੰਮ੍ਰਿਤ ਦੀ ਗੱਲ ਸਮਝਣੀ ਪਵੇਗੀ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅਨੰਤ ਅਨੰਤਾ। ਅੰਮ੍ਰਿਤ ਦੀ ਗੱਲ ਸਤਿਗੁਰੂ ਨੇ ਕੀਤੀ ਹੈ। ਅੰਮ੍ਰਿਤ ਕੀ ਹੈ? ਸ਼ੁਭ ਗੁਣ, ਸਤ ਸੰਤੋਖ ਦਇਆ ਧਰਮ ਧੀਰਜ, ਇਹ ਅੰਮ੍ਰਿਤ ਹੀ ਹੈ। ਜਦੋਂ ਸਾਡੇ ਅੰਦਰ ਦਇਆ ਪੈਦਾ ਹੋ ਜਾਏਗੀ, ਸਬਰ ਸੰਤੋਖ ਪੈਦਾ ਹੋ ਜਾਏਗਾ। ਸਬਰ ਅੰਦਰ ਸਾਵਰੀ, ਤਨ ਏਵੇ ਜਲੇਨ, ਹੋਣ ਨਜੀਕ ਖੁਦਾਏ ਦੇ, ਭੇਤ ਨਾ ਕਿਸੇ ਦੇਣ। ਹੋਰ ਅਸੀਂ ਅੰਮ੍ਰਿਤ ਕਿਹੜਾ ਲੱਭਦੇ ਹਾਂ? ਗੁਰੂ ਪਿਆਰਿਓ, ਉਹ ਪ੍ਰਮਾਤਮਾ ਨੇ ਸਾਡੇ ਅੰਦਰ ਪਹਿਲੇ ਰੱਖਿਆ ਹੋਇਆ ਹੈ, ਲੇਕਿਨ ਅਸੀਂ ਬਾਹਰ ਭਟਕਦੇ ਰਹਿੰਦੇ ਹਾਂ। ਤੇ ਬਾਹਰ ਭਟਕਦਿਆਂ ਹੋਇਆਂ ਸਾਰਾ ਜੀਵਨ ਬਰਬਾਦ ਕਰ ਦਿੰਦੇ ਹਾਂ। ਜਿਵੇਂ ਕਿ ਹਿਰਨ ਦੀ ਨਾਭੀ ਦੇ ਵਿੱਚ ਕਸਤੂਰੀ ਹੈ, ਜੋ ਕਸਤੂਰੀ ਮਿਰਗ ਨਾ ਜਾਣੇ। ਨਾਭੀ ਦੇ ਵਿੱਚ ਕਸਤੂਰੀ ਹੈ ਤੇ ਉਸ ਨੂੰ ਸੁਗੰਧੀ ਆਉਂਦੀ ਹੈ। ਉਹ ਕਦੇ ਵਿਚਾਰਾ ਇੱਧਰ ਨੂੰ ਭੱਜਦਾ ਹੈ, ਕਦੇ ਦੂਸਰੇ ਪਾਸੇ ਨੂੰ ਭੱਜਦਾ ਹੈ ਕਿ ਸ਼ਾਇਦ ਇੱਧਰ ਕੋਈ ਸੁਗੰਧੀ ਹੈ ਜਿੱਥੋਂ ਜਿਸ ਦਾ ਮੈਂ ਆਨੰਦ ਮਾਣ ਰਿਹਾ ਹਾਂ। ਸਾਰੀ ਉਮਰ ਉਹ ਭਟਕਦਾ ਰਿਹਾ, ਖਤਮ ਹੋ ਗਿਆ। ਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਅਸਲ ਵਿੱਚ ਕਸਤੂਰੀ ਉਸ ਦੀ ਨਾਭੀ ਦੇ ਵਿੱਚ ਹੀ ਸੀ। ਪਰ ਗੁਰੂ ਪਿਆਰੇ, ਉਹ ਤੇ ਪਸ਼ੂ ਹੈ ਨਾ,
ਉਸ ਨੂੰ ਦੱਸਣ ਵਾਲਾ ਵੀ ਕੋਈ ਨਹੀਂ, ਜੇ ਦੱਸਦਾ ਵੀ ਕਿ ਉਸ ਨੂੰ ਪਤਾ ਨਹੀਂ ਸੀ ਲੱਗਣਾ। ਪਰ ਇਹ ਬਾਣੀ ਪਸ਼ੂਆਂ ਵਾਸਤੇ ਨਹੀਂ, ਇਹ ਮਨੁੱਖਾਂ ਵਾਸਤੇ ਹੈ ਕਿ ਇਹ ਬੰਦੇ ਅਸਲੀ ਜੋ ਕਸਤੂਰੀ ਹੈ ਉਹ ਤੇਰੀ ਨਾਭੀ ਦੇ ਵਿੱਚ ਹੀ ਹੈ, ਤੇਰੇ ਅੰਦਰ ਹੀ ਹੈ। ਸਤਿਗੁਰੂ ਨੇ ਬਾਣੀ ਦੇ ਵਿੱਚ ਇਹ ਕਲੀਅਰ ਗੱਲਾਂ ਸਮਝਾਈਆਂ ਨੇ ਕਿ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ। ਘਰ ਕਿਹੜਾ? ਹਿਰਦਾ, ਹਿਰਦੇ ਅੰਦਰ ਉਹ ਅੰਮ੍ਰਿਤ ਸ਼ੁਭ ਗੁਣ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁਖਾਂ ਸਾਧ ਨ ਆਇਆ, ਜੋ ਕਸਤੂਰੀ ਮਿਰਗ ਨ ਜਾਣੇ, ਭਰਮ ਦਾ ਭਰਮ ਭੁਲਾਇਆ। ਤੇ ਗੁਰੂ ਪਿਆਰਿਓ, ਫਿਰ ਕਿਉਂ ਭਟਕਦੇ ਫਿਰਦੇ ਹੋ? ਕੀ ਅਸੀਂ ਪਸ਼ੂ ਹਾਂ? ਨਹੀਂ, ਮਨੁੱਖ ਹਾਂ, ਮਾਨਸ ਜਾਤ ਹਾਂ। ਗੁਰੂ ਨੇ ਸਾਨੂੰ ਬੁੱਧੀ ਬਖਸ਼ਿਸ਼ ਕੀਤੀ ਹੈ, ਸਮਝ ਬਖਸ਼ਿਸ਼ ਕੀਤੀ ਹੈ, ਵਿਚਾਰ ਬਖਸ਼ਿਸ਼ ਕੀਤੀ ਹੈ, ਬਾਣੀ ਬਖਸ਼ਿਸ਼ ਕੀਤੀ ਹੈ। ਤਾਂ ਗੁਰੂ ਪਿਆਰਿਓ, ਫਿਰ ਵੀ ਅਸੀਂ ਪਸ਼ੂਆਂ ਦੇ ਵਾਂਗ ਭਟਕਦੇ ਫਿਰੀਏ ਤੇ ਭਟਕ ਕੇ ਕਿੱਥੇ ਪਹੁੰਚਾਂਗੇ? ਕਿਤੇ ਨਹੀਂ ਪਹੁੰਚਦੇ। ਇਸ ਕਰਕੇ ਸਤਿਗੁਰੂ ਪਾਤਸ਼ਾਹ ਨੇ ਅੰਮ੍ਰਿਤ ਦੀ ਗੱਲ ਕੀਤੀ ਹੈ। ਅੰਮ੍ਰਿਤ ਦਾ ਭਾਵ ਹੈ ਸ਼ੁਭ ਗੁਣ। ਜਿਵੇਂ ਜਿਵੇਂ ਸਾਡੇ ਅੰਦਰ ਸ਼ੁਭ ਗੁਣ ਵਸਦੇ ਜਾਣਗੇ, ਸਾਡੇ ਅੰਦਰੋਂ ਅਵਗੁਣ ਨਿਕਲਦੇ ਜਾਣਗੇ। ਇਹ ਅਵਗੁਣ ਖਤਮ ਹੋ ਜਾਣਗੇ ਤੇ ਮਨੁੱਖ ਅੰਮ੍ਰਿਤ ਦੇ ਨਾਲ ਭਰ ਜਾਵੇਗਾ। ਸੋ ਪਰਦੇਸੀ ਸਾਹਿਬ ਜੀ ਨੇ ਬੜੇ ਹੀ ਰਹੱਸ ਦੀਆਂ ਗੱਲਾਂ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਨੇ ਜੋ ਸਮਝਾਈਆਂ ਨੇ, ਤੇ ਉਹ ਗੱਲਾਂ ਆਪਣੇ ਪੱਲੇ ਵਿੱਚ ਬੰਨ੍ਹ ਲਈਏ। ਇਹਨਾਂ ਨੂੰ ਜੀਵਨ ਵਿੱਚ ਕਮਾਉਣਾ ਹੈ। ਅੰਮ੍ਰਿਤ ਛੋੜ ਵਿਖਿਆ ਲੁਭਾਣੇ, ਸੇਵਾ ਕਰੇ ਵਡਾਣੀ। ਆ ਪੱਥਰਾਂ ਦੀ ਸੇਵਾ ਕਰ ਲਓ, ਕੀ ਮਿਲੇਗਾ? ਕੁਝ ਵੀ ਨਹੀਂ ਮਿਲੇਗਾ। ਜੋ ਪਾਥਰ ਕੀ ਕਰਤੇ ਸੇਵ, ਤਿਸकी ਬਿਰਥਾ ਹੋਵਤ ਸੇਵ। ਜੋ ਪਾਥਰ ਕੋ ਕਹਤੇ ਦੇਵ, ਜੋ ਪੱਥਰ ਨੂੰ ਕਹੀ ਜਾਂਦਾ ਇਹੀ ਦੇਵੀ ਦੇਵਤਾ, ਇਹੀ ਰੱਬ ਹੈ। ਸਤਿਗੁਰੂ ਦੀ ਬਾਣੀ ਸਾਨੂੰ ਇਸ ਭਰਮ ਭੁਲੇਖੇ ਚੋਂ ਕਰਦੀ ਹੈ। ਨਹੀਂ, ਜੋ ਪਾਥਰ ਕੋ ਕਹਤੇ ਦੇਵ, ਤਿਸकी ਬਿਰਥਾ ਹੋਵਤ ਸੇਵ। ਜੋ ਪਾਥਰ ਕੀ ਪਾਈ ਪਾਏ, ਤਿਸकी ਘਾਲ ਅਜਾਈ ਜਾਏ। ਪਰ ਅਸੀਂ ਕਿੱਥੇ ਸਮਝਦੇ ਹਾਂ? ਅਸੀਂ ਤੇ ਪੱਥਰਾਂ ਦੀਆਂ ਮੂਰਤੀਆਂ ਦੇ ਸੋਨੇ ਦੇ ਹਾਰ ਪਾਈ ਜਾਂਦੇ ਹਾਂ। ਇੱਧਰ ਸਤਿਗੁਰੂ ਦੀ ਸੇਵਾ ਕਰਨ ਵਾਸਤੇ ਆਖੀਏ ਤੇ ਅਸੀਂ 10 ਪਾਉਣ ਦਾ ਵੀ ਡਾਇਰੈਕਟ ਡੈਬਿਟ ਨਹੀਂ ਲਾਉਂਦੇ। ਪੱਥਰਾਂ ਦੀਆਂ ਮੂਰਤੀਆਂ ਨੂੰ ਸਜਾਇਆ ਜਾਂਦਾ ਹੈ, ਮਹਿੰਗੇ ਮਹਿੰਗੇ ਕੱਪੜੇ ਪਵਾਏ ਜਾਂਦੇ ਨੇ, ਗਹਿਣੇ ਪਹਿਨਾਏ ਜਾਂਦੇ ਨੇ। ਸਤਿਗੁਰੂ ਦੀ ਬਾਣੀ ਦੀ ਆਵਾਜ਼ ਸੁਣੋ ਕਿ ਜੋ ਪੱਥਰਾਂ ਦੀ ਸੇਵਾ ਕਰੇਗਾ ਉਸ ਨੂੰ ਕੋਈ ਫਲ ਨਹੀਂ ਮਿਲਣਾ। ਇਸ ਕਰਕੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਸੱਚ ਦਾ ਮਾਰਗ ਦੱਸ ਰਹੇ ਨੇ ਕਿ ਸੇਵਾ ਕਿਸ ਦੀ ਕਰਨੀ ਹੈ, ਸੇਵਾ ਸਿਮਰਨ ਕਿਸ ਦਾ ਕਰਨਾ ਹੈ। ਜਿਨ੍ਹਾਂ ਨੇ ਇਹ ਦੋ ਗੱਲਾਂ ਸਮਝ ਲਈਆਂ, ਸੇਵਾ ਤੇ ਸਿਮਰਨ, ਸਮਝ ਲੈਣਾ ਕਿ ਉਹਨਾਂ ਨੇ ਉਡਾਨ ਭਰ ਲਈ ਹੈ। ਤੇ ਉਡਾਨ ਭਰ ਕੇ ਕਿੱਥੇ ਪਹੁੰਚਣਗੇ? ਉਹ ਆਤਮਾ ਪ੍ਰਾਤਮਾ ਏਕੋ ਕਰੇ। ਇਸ ਕਰਕੇ ਸਾਡਾ ਜੀਵਨ ਸੰਪੂਰਨ ਹੋਵੇ, ਆਪਾਂ ਯਤਨ ਕਰਨੇ ਆ, ਪਰ ਆਪਣੀ ਮਨਮਤ ਦੁਆਰਾ ਨਹੀਂ ਕਰਨੇ। ਗੁਰੂ ਦੀ ਮਤ ਲੈ ਕੇ ਅਸੀਂ ਆਪਣੇ ਜੀਵਨ ਦੇ ਵਿੱਚ ਚੱਲਣਾ ਹੈ, ਜੋ ਕਿ ਪਰਦੇਸੀ ਸਾਹਿਬ ਜੀ ਬੜੇ ਪਿਆਰ ਦੇ ਨਾਲ ਸਮਝਾ ਰਹੇ ਨੇ। ਵਾਹਿਗੁਰੂ ਜੀ, ਧੰਨ ਗੁਰੂ ਅਮਰਦਾਸ ਪਾਤਸ਼ਾਹ ਦੂਜੇ ਬੰਦ ਵਿੱਚ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਇਹ ਸਰੀਰ ਮਾਇਆ ਕਾ ਪੁਤਲਾ, ਵਿੱਚ ਹਉਮੈ ਦੁਸ਼ਟੀ ਪਾਈ। ਆਵਣ ਜਾਣਾ ਜੰਮਣ ਮਰਣਾ, ਮਨਮੁਖ ਪੱਟ ਗਵਾਈ। ਸਤਿਗੁਰ ਸੇਵ ਸਦਾ ਸੁਖ ਪਾਇਆ, ਜੋਤੀ ਜੋਤ ਮਿਲਾਈ। ਮੇਰੇ ਸਾਥੀ ਨਰਿੰਦਰ ਸਿੰਘ ਜੀ ਨੇ ਬਹੁਤ ਸੋਹਣੀਆਂ ਵਿਚਾਰਾਂ ਸਾਂਝ ਪਾਉਂਦੇ ਹੋਏ ਦੱਸਿਆ ਕਿ ਅਸੀਂ ਇਹ ਜੋ ਮੁਕਤ ਹੋਣਾ ਹੈ, ਹਾਂਜੀ, ਇਹ ਮੁਕਤੀ ਪਾਣੀ ਹੈ। ਇਹ ਕੀ ਪਾਣੀ ਹੈ ਤੇ ਇਹਦਾ ਕੀ ਸਾਨੂੰ ਸੁਝੀ ਬਖਸ਼ ਰਹੇ ਨੇ ਮਹਾਰਾਜ। ਜਿੱਥੇ ਸਤਿਗੁਰੂ ਜੀ ਨੇ ਉੱਤਮ ਕੰਮ ਵਾਸਤੇ ਹੁਕਮ ਕਰਤਾ ਕਿ ਏਕ ਨਾਮ ਹੁਕਮ ਹੈ ਸਤਿਗੁਰ ਦਿਆ ਬੁਝਾਏ ਜਿਓ, ਤੇ ਉਸ ਉੱਤਮ ਨਾਮ ਦੀ ਕਮਾਈ ਵਾਸਤੇ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ ਤੇ ਦਾਨਾ ਸਿਰਦਾਨ ਨਾਮ ਦਾਨ ਮਹਾਰਾਜ ਨੇ ਸਾਨੂੰ ਇਹ ਜਾਚ ਬਖਸ਼ੀ ਸਿਖਾਈ। ਉੱਥੇ ਹੀ ਇਸ ਉੱਤਮ ਮੁਕਤੀ ਨੂੰ ਪਾਉਣ ਵਾਸਤੇ ਜੋਤੀ ਦੇ ਵਿੱਚ ਜੋਤ ਦਾ ਰਲਣਾ, ਇਹ ਜੋਤ ਹੀ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤੇ ਇਸ ਜੋਤ ਨੂੰ, ਉਸ ਸੱਚੀ ਜੋਤ ਵਿੱਚ ਰਲਣ ਵਾਸਤੇ ਮੇਰੇ ਵੀਰ ਨੇ ਬਹੁਤ ਸੋਹਣੀਆਂ ਸਾਂਝ ਪਾਈ
ਕਿ ਅਸੀਂ ਕਿੱਥੋਂ ਮੁਕਤ ਹੋਣਾ ਹੈ, ਕਿਹੜੇ ਬੰਧਨਾਂ ਤੋਂ ਮੁਕਤ ਹੋਣਾ ਹੈ। ਅਸੀਂ ਕਿਰਤ ਕਰਨੀ ਹੈ, ਲੇਕਿਨ ਕਿਰਤ ਦੇ ਮੋਹ 'ਚ ਨਹੀਂ ਫਸਣਾ। ਇਹ ਸਾਨੂੰ ਗੁਰਬਾਣੀ ਸਿਖਾਉਂਦੀ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸਾਨੂੰ ਸੀਖ ਸਿਖਾਉਂਦੀ ਹੈ। ਸਾਨੂੰ ਜੰਗਲਾਂ 'ਚ ਜਾਣ ਨੂੰ ਨਹੀਂ ਕਿਹਾ ਗਿਆ, ਸਾਨੂੰ ਕਿਹਾ ਤੁਸੀਂ ਉਦਮੀ ਹੋ, ਕਿਰਤ ਕਰੋ। ਤਪ ਮੈਂ ਤਪੀਸਰ ਗ੍ਰਹਿਸਥ ਮੈਂ ਭੋਗੀ। ਫਿਰ ਕਰਨਾ ਕੀ ਹੈ? ਧਿਆਏ ਧਿਆਏ ਭਗਤ ਬਣਨਾ ਹੈ। ਧਿਆਏ ਤੈ ਭਗਤਾਂ ਸੁਖ ਪਾਇਆ। ਤੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ। ਕਿਤੇ ਮੈਂ ਮਨਮੁਖੀ ਹੋ ਕੇ ਸਿਰਫ ਦੁਨਿਆਵੀ ਧਨ ਪਿੱਛੇ ਹੀ ਦੌੜਦਾ ਰਹਾਂਗਾ ਤਾਂ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ। ਨਾਮ ਜਪਤ ਮਨ ਹੋਏ ਸੁਖੀਆ। ਇਹ ਮਨ ਸੁਖ ਹੋਣਾ, ਮਨ ਨੂੰ ਸ਼ਾਂਤ ਆਉਣੀ ਹੈਗੀ ਹੈ ਇਸ ਸ਼ਬਦ ਦੀ ਕਮਾਈ ਨਾਲ, ਸੱਚੇ ਸ਼ਬਦ ਦੀ ਕਮਾਈ ਨਾਲ। ਤੇ ਇੱਥੇ ਅਸਾਂ ਉਹਨਾਂ ਬੰਧਨਾਂ ਤੋਂ ਜਦੋਂ ਮੁਕਤ ਹੋਣਾ ਹੈ ਤਾਂ ਸਭ ਤੋਂ ਪਹਿਲੇ ਮਹਾਰਾਜ ਪਿਛਲੇ ਉਪਦੇਸ਼ ਵਿੱਚ ਵੀ ਸਾਨੂੰ ਬਖਸ਼ਿਸ਼ ਕੀਤੀ ਸੀ ਕਿ ਸਭ ਤੋਂ ਪਹਿਲੇ ਕੀ ਕਰੋ? ਨਿੰਦਾ ਛੱਡ ਦਿਓ, ਬੁਰਾ ਦੇਖਣਾ ਛੱਡ ਦਿਓ। ਖੇਡ ਬਣ ਗਈ। ਹੁਣ ਜਿੱਥੇ ਮਹਾਰਾਜ ਨੇ ਇੱਥੇ ਸੇਵਾ ਸਾਨੂੰ ਬਖਸ਼ੀ ਕਿ ਨਾਮ ਦੀ ਉੱਤਮ ਕਮਾਈ ਵਾਸਤੇ ਸੇਵਾ ਕਰੋ, ਤੇ ਗੁਰੂ ਪਿਆਰਿਓ ਫਿਰ ਹੁਣ ਸੇਵਾ ਕਿਸੇ ਦੀ ਆਪਣੀ ਸਰੀਰੀ ਤੌਰ ਤੇ ਮਹਾਰਾਜ ਨੇ ਸ਼ੁਕਰ ਬਖਸ਼ਿਸ਼ ਦਿੱਤੀ ਹੈ। ਸਾਡੇ ਗੁਰੂ ਕਿਰਪਾ ਨਾਲ ਸਾਡੀ ਕੌਮ, ਸਾਡੀ ਬਰਾਦਰੀ, ਸਾਡੇ ਗੁਰੂ ਨਾਨਕ ਨਾਮ ਲੇਵਾ ਤੇ ਬੜੀ ਮਿਹਰ ਹੈ। ਅਸੀਂ ਮਾਇਆ ਵੱਲੋਂ ਬਹੁਤ ਸੌਖੇ ਹਾਂ ਤੇ ਇਹ ਸੇਵਾ ਸਾਡੀ ਸਭ ਤੋਂ ਪਹਿਲੇ ਮੇਰੀ ਮਾਇਆ ਸਫਲਾ ਹੋ ਜਾਏ। ਤੇ ਕਿਸੇ ਦੀ ਭੁੱਖ ਮਿਟਦੇ ਕਾਰਜਾਂ 'ਚ ਲੱਗਦੀ ਹੈ ਮਾਇਆ, ਲੰਗਰਾਂ ਵਾਸਤੇ, ਇਹੋ ਜਿਹੇ ਉਪਰਾਲੇ ਵਾਸਤੇ ਜਿਹੜੇ ਮਨੁੱਖਤਾ ਦੇ ਕੰਮ 'ਚ ਆਉਂਦੇ ਨੇ। ਕਿਉਂਕਿ ਗੁਰੂ ਪਿਆਰਿਓ ਤੁਹਾਡੀ ਇਸ ਧਰਤੀ ਉੱਤੇ ਅਗਰ ਮਨੁੱਖਤਾ ਦੀ ਫਾਊਂਡੇਸ਼ਨ ਤੇ ਅਸੀਂ ਝਾਤ ਪਾਈਏ ਤੇ ਇਹ ਮੇਰੇ ਗੁਰੂ ਨਾਨਕ ਪਾਤਸ਼ਾਹ ਦੀ ਬਖਸ਼ਿਸ਼ ਹੈ। ਤੇ ਇਹ ਉਹਨਾਂ ਨੇ ਹੀ ਸਾਨੂੰ ਹਿਊਮਨ ਰਾਈਟਸ ਜਿਹੜੇ ਨੇ ਬਖਸ਼ੇ ਨੇ ਇਸ ਧਰਤੀ ਤੇ। ਨਹੀਂ ਤੇ ਅਸੀਂ ਤੇ ਇਨਸਾਨ ਨੂੰ ਇਨਸਾਨ ਸਮਝਦੇ ਹੀ ਨਹੀਂ ਸੀ ਪਏ। ਅਸੀਂ ਇਨਸਾਨਾਂ ਦੀਆਂ ਮੰਡੀਆਂ ਲਾਉਣੀਆਂ ਸ਼ੁਰੂ ਕਰਤੀਆਂ ਸੀ। ਅਸੀਂ ਇਨਸਾਨਾਂ ਨੂੰ ਖਰੀਦ ਫਰੋਖਤ ਕਰਦੇ ਸਾਂ। ਅਸ਼ੂਦਰ ਭਰਾ ਨੂੰ ਤੇ ਉਹਦੀ ਛਾਇਆ ਵੀ ਪੈ ਜਾਂਦੀ ਤੇ ਅਸੀਂ ਕਹਿੰਦੇ ਜੀ ਮੈਂ ਭ੍ਰਸ਼ਟ ਹੁੰਦਾ ਪਿਆ ਵਾਂਗਾ। ਐਸੇ ਵਿਕਾਰਾਂ 'ਚ ਫਸੇ ਹੋਏ ਸਾਂ ਤੇ ਮੇਰੇ ਪਾਤਸ਼ਾਹ ਨੇ ਸਾਨੂੰ ਹਿਊਮਨ ਰਾਈਟਸ ਬਖਸ਼ਿਆ, ਜਿੱਥੇ ਇੱਕ ਇਨਸਾਨ ਦਾ ਕੰਮ ਆਵੇ। ਕਿਉਂਕਿ ਨਰ ਸੇਵਾ ਹੀ ਨਾਰਾਇਣ ਸੇਵਾ ਹੈ। ਉਹ ਜੋਤੀ ਤੋਂ ਹੈ ਜੋ ਸਭ ਵਿੱਚ ਵਸ ਰਹੀ ਹੈ। ਤੇ ਉਹ ਸੇਵਾ ਗੁਰੂ ਪਿਆਰਿਓ ਭੁੱਖ ਸਭ ਨੂੰ ਲੱਗਦੀ ਹੈ, ਭਾਵੇਂ ਉਹ ਅਮੀਰ ਹੋਵੇ ਤੇ ਭਾਵੇਂ ਉਹ ਗਰੀਬ ਹੋਵੇ। ਤੇ ਮੇਰੀ ਉਹ ਮਾਇਆ ਅਗਰ ਕਿਤੇ ਲੰਗਰਾਂ 'ਚ ਕੰਮ ਆਉਂਦੀ ਹੈ, ਕਿਸੇ ਦੀ ਭੁੱਖ ਮਿਟਾਉਣ 'ਚ ਕੰਮ ਆਉਂਦੀ ਹੈ, ਤੇ ਇਹ ਮੇਰੀ ਨਾਮ ਦੀ ਕਮਾਈ ਤੱਕ ਪਹੁੰਚਣ ਵਾਸਤੇ ਸ਼ੁਰੂਆਤ ਹੋ ਗਈ। ਜਿੱਥੇ ਮੇਰੀ ਜੋਤ ਨੇ ਹੁਣ ਜੋਤ 'ਚ ਰਲਣਾ ਹੈ ਤੇ ਪਿਆਰਿਓ ਸਭ ਤੋਂ ਪਹਿਲੇ ਤੇ ਨਿੰਦਾ ਛੱਡੀਏ, ਇਸ ਬੰਧਨ ਤੋਂ ਮੁਕਤ ਹੋਈਏ। ਫਿਰ ਜਿਹੜਾ ਹੈਗਾ ਵੇ ਤ੍ਰਿਸ਼ਨਾ, ਫਿਰ ਇੱਦਾਂ ਦੀਆਂ ਸੇ ਔਗੁਣ ਬੜੇ ਨੇ ਪਿਆਰਿਓ। ਕ੍ਰੋਧ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਝੂਠ, ਨਿੰਦਾ, ਚੁਗਲੀ, ਇਹਨਾਂ ਬੰਧਨਾਂ ਤੋਂ ਜਦੋਂ ਅਸੀਂ ਅੱਗੇ ਵਧਾਂਗੇ ਤੇ ਫਿਰ ਉਹ ਜੋਤ ਜਾ ਕੇ ਜੋਤ 'ਚ ਰਲਣੀ ਹੈਗੀ ਹੈ। ਤੇ ਜੋ ਸ਼ਬਦ ਨਾਲ ਜੁੜਿਆ ਹੈ ਉਹੀ ਇਸ ਪਾਸੇ ਤੁਰ ਸਕਦਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸ਼ਬਦ ਦੇ ਰਾਹੀਂ ਅਸੀਂ ਆਪਣਾ ਲੋਕ ਤੇ ਪਰਲੋਕ ਸਵਾਰ ਸਕਦੇ ਹਾਂ। ਇੱਥੇ ਹੀ ਮੇਰੇ ਦੂਜੇ ਉਪਦੇਸ਼ 'ਚ ਸਤਿਗੁਰਾਂ ਜੀ ਨੇ ਬਖਸ਼ਿਸ਼ ਕੀਤੀ ਕਿ ਸਤਿਗੁਰ ਸੇਵ ਸਦਾ ਸੁਖ ਪਾਇਆ, ਜੋਤੀ ਜੋਤ ਮਿਲਾਈ। ਤੇ ਜੋਤ ਉਸ ਜੋਤ 'ਚ ਸ਼ਬਦ ਰਾਹੀਂ ਤੇ ਗੁਣਾਂ ਨੂੰ ਅਪਣਾ ਕੇ ਅਸੀਂ ਇੱਥੇ ਜਾ ਪਾਵਾਂਗੇ। ਗੁਰੂ ਪ੍ਰੇਮੀ ਜਨੋ, ਭਾਈ ਸਾਹਿਬ ਜੀ ਨੇ ਇਸ ਸਰੀਰ ਦੀ ਗੱਲ ਕੀਤੀ ਹੈ। ਸਰੀਰ ਇਹ ਪੰਜਾਂ ਤੱਤਾਂ ਦਾ ਪੁਤਲਾ ਹੈ। ਵਾਹਿਗੁਰੂ। ਧਰਤੀ, ਅੱਗ, ਪਾਣੀ, ਆਕਾਸ਼, ਇਹ ਪੰਜ ਤੱਤ ਇਕੱਠੇ ਕਰਕੇ ਤੇ ਇਹ ਪੁਤਲਾ ਬਣਾਇਆ। ਤੇ ਇਸ ਦੇ ਅੰਦਰ परमात्मा ने अपनी जोत रखी। जल की पीत, पवन का थंबा, रक्त बूंद का गारा, हाड मास नाड़ी को पिंजर, पंखी वसे विचारा। इस शरीर दे अंदर जोत परमात्मा ने रखी है, पर यह है मिट्टी का पुतला है। ਵਾਹਿਗੁਰੂ। आखिरकार इसने मिट्टी दे विच ही मिलना है। बुढ़ा हुआ शेख फरीद, कंबन लगी दे, जे 100 बरियां जीवना भीतन होसी खे, माटी को पुतरा कैसे नचत है। कहंदे हैगा तू मिट्टी दा ही पुतला है, पर किदां दौड़ा भजा फिरदा है। माटी को पुतरा कैसे नचत है, देखे देखे सुने बोले, दौड़ियो फिरत है। जब किछ पावे तब गर्व करत है, माया गई तब रोबन लगत है।
ਇਸ ਕਰਕੇ ਇਹ ਸਰੀਰ ਤੇ 5 ਤੱਤਾਂ ਦਾ ਬਣਿਆ ਹੋਇਆ ਹੈ। ਇਹ ਮਿੱਟੀ ਹੈ ਤੇ ਇਸ ਦੇ ਵਿੱਚ ਪਰਮਾਤਮਾ ਨੇ ਜੋਤ ਰੱਖੀ ਹੈ। ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਉਸ ਪਰਮਾਤਮਾ ਨੇ ਤੇਰੇ ਅੰਦਰ ਜੋਤ ਰੱਖੀ ਤਾਂ ਤੂੰ ਜਿਉਂਦਾ ਪੈਦਾ ਹੋਇਆ। ਜੇਕਰ ਪਰਮਾਤਮਾ ਆਪਣੀ ਜੋਤ ਨਾ ਰੱਖਦਾ ਤੇ ਤੂੰ ਮੁਰਦਾ ਹੀ ਪੈਦਾ ਹੁੰਦਾ। ਇਸ ਕਰਕੇ ਪਰਮਾਤਮਾ ਦਾ ਜੋ ਸਾਡੇ ਤੇ ਪਰ ਉਪਕਾਰ ਹੈ ਉਹਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਇਹ ਸਾਡਾ ਸਰੀਰ ਹੈ, ਇਸ ਦੇਹੀ ਦੇ ਵਿੱਚ ਸਭ ਵੱਥ ਪਾਈ ਕਿਨ ਪਾਈ? ਪਰਮਾਤਮਾ ਨੇ ਪਾਈ। ਦੇਹੀ ਅੰਦਰ 5 ਚੋਰ ਵਸੇ, ਕਾਮ ਕ੍ਰੋਧ ਲੋਭ ਹੰਕਾਰਾ, ਅੰਮ੍ਰਿਤ ਲੂਟੇ, ਮਨ ਮੁਖ ਨੇ ਬੂਝੇ ਕੋਈ ਨਾ ਸੁਣੇ ਪੁਕਾਰਾ। ਇਹ ਜਿਹੜੇ 5 ਚੋਰ ਨੇ ਇਹ ਸਾਡੇ ਅੰਦਰੋਂ ਸ਼ੁਭ ਗੁਣਾਂ ਨੂੰ ਲੁੱਟ ਰਹੇ ਨੇ। ਗੁਰੂ ਪਿਆਰਿਓ, ਘਰ ਦੀ ਸਾਂਭ ਸੰਭਾਲ ਵਾਸਤੇ ਅਸੀਂ ਬੜਾ ਇੰਤਜ਼ਾਮ ਕੀਤਾ ਹੈ। ਅਸੀਂ ਵਧੀਆ ਵਧੀਆ ਜਿੰਦਰੇ ਲਿਆ ਕੇ ਲਾਉਂਦੇ ਹਾਂ, ਕੈਮਰੇ ਲਿਆ ਕੇ ਲਾਉਂਦੇ ਹਾਂ, ਅਲਾਰਮ ਲਾ ਕੇ ਲਾਉਂਦੇ ਹਾਂ ਕਿ ਕਿਤੇ ਅਸੀਂ ਬਾਹਰ ਚਲੇ ਜਾਈਏ ਤੇ ਮਗਰੋਂ ਸਾਡਾ ਘਰ ਨਾ ਲੁੱਟਿਆ ਜਾਏ। ਪਰ ਗੁਰੂ ਪਾਤਸ਼ਾਹ ਕਹਿੰਦੇ ਨੇ ਉਹ ਤੇ ਘਰ ਤੂੰ ਬਚਾ ਲਿਆ, ਪਰ ਆ ਸਰੀਰ ਰੂਪੀ ਘਰ ਲੁੱਟਿਆ ਜਾ ਰਿਹਾ ਹੈ। ਉਹ ਲੁਟੇਰੇ ਕੋਈ ਬਾਹਰੋਂ ਨਹੀਂ ਆਉਂਦੇ, ਉਹ ਲੁਟੇਰੇ ਤੇਰੇ ਅੰਦਰ ਹੀ ਬੈਠੇ ਨੇ। ਦੇਹੀ ਅੰਦਰ 5 ਚੋਰ ਵਸੇ, ਕਾਮ ਕ੍ਰੋਧ ਲੋਭ ਹੰਕਾਰਾ, ਅੰਮ੍ਰਿਤ ਲੂਟੈ, ਮਨਮੁਖ ਨੇ ਬੂਝੈ ਕੋਈ ਨਾ ਸੁਣੇ ਪੁਕਾਰਾ। ਵਾਹਿਗੁਰੂ ਕਹਿੰਦੇ ਅਸਲ ਵਿੱਚ ਕਹੋ ਰਵਿਦਾਸ ਸਭੇ ਜਗ ਲੂਟਿਆ, ਹਮ ਤੋਂ ਏਕ ਰਾਮ ਕਹਿ ਛੂਟਿਆ। ਤੇ ਕਬੀਰ ਮਹਾਰਾਜ ਜੀ ਆਖਦੇ ਨੇ ਕਿ ਜੇ ਤੂੰ ਲੁਟੇਰਾ ਹੀ ਬਣਨਾ ਹੈ ਬਣ, ਲੁੱਟ, ਪਰ ਲੋਕਾਂ ਨੂੰ ਨਾ ਲੁੱਟ, ਲੋਕਾਂ ਦੇ ਘਰ ਨਾ ਲੁੱਟ। ਕੀ ਲੁੱਟਣਾ ਹੈ? ਲੂਟਣਾ ਹੈ तो लूट ले, राम नाम है लूट, फिर पाछे पछताओगे जब प्राण जाहेंगे छूट। इस करके लाहा लेना है नाम दा। नाम जप जप के अपने अंदर प्रेम दी जोत जगाउणी है। नाम जपण तो बिना नहीं। जिन्हां ने नाम जपिया है किस ढंग दे नाल जपिया है? प्रेमा भगतियां कीतियां ने, उन्होंने समाज का सुधार किया है। समाज विच जो बेहुदरे लोग संसार नूं गंदा कर रहे सन, संसार नूं ईरखा की अग विच साड़ रहे सन, इन्हां महापुरखों ने आन के एक गल समझाई है कि जब तक असी नाम नहीं जपांगे असी सड़ते ही रहांगे। जल जाओ जीवन नाम बिना। इस करके सतसंगी जनों, गुरु प्यारिओ, संगत टैलीविजन के माध्यम द्वारा 24 आवर गुरबाणी चलती है। किते इतिहास चलते ने, किते पाठ होंदे ने, अमृत वेले पावन पवित्र हुक्मनामे की विचार होंदी है। बेअंत संगतां इत्थों लाभ उठा रही ने, क्योंकि जिथे नरोल गुरबाणी की विचार होवे, जेकर उथों इंसान लाभ ना प्राप्त करे फिर कित्थों करेगा। भजो गोविंद भूल मत जाहो, मानस जन्म का यही लाहो। सो सतगुरु पातशाह चाहुंदे ने कि जिथे मनुखा जन्म मिलिया है उत्थे इसका आवागमन का चक्कर खत्म होवे। किवें खत्म होवेगा? जो सतगुरु की शरण विच आ जाणगे, अपना आप समर्पित कर देणगे। गुरु पातशाह फिर बांह पकड़ गुर काढ़िया सोई उतरिया पार। गुरु पातशाह फिर उन्हां दी बांह पकड़ लैणगे, किन्हां दी? जो अपना आप समर्पित कर देणगे। सो परदेसी साहब जी बड़े प्यार दे नाल गुरु दी सेवा करन वास्ते प्रेरणा दे रहे ने। आओ वाहिगुरू जी अगले बंद सुनते हैं जी। गुरु प्यारिओ, ते मेरे सतगुरां दे उपदेश च दूजे बंद जो बख्शिश की कि ये शरीर माया का पुतला विच होमे दुष्टि पाई। ये शरीर मेरा माया दे पुतला ते इस होमे दे विचकार फस के जड़े दुष्ट काम करके ते मनमुखी होया पिया हैगा वे ते जमदा ते मरदा पिया हैगा। ਉਹ सतगुर सेव सदा सुख पाया, ज्योति जोत मिलाई। सतगुर दी सेव ते सतगुर दे शब्द की कमाई नाल ज्योति च जोत मलन
ਮਿਲ ਜਾਂਦੀ ਹੈ, ਇਹ ਉਪਦੇਸ਼ ਬਖਸ਼ਦੇ ਨੇ। ਤੇ ਅੱਗੇ ਹੀ ਤੀਜੇ ਹੁਣ ਬੰਦ ਦੇ ਵਿਚਕਾਰ ਮਹਾਰਾਜ ਜੋ ਬਖਸ਼ਿਸ਼ ਕਰ ਰਹੇ ਨੇ ਕਿ ਸਤਿਗੁਰ ਕੀ ਸੇਵਾ ਅਤ ਸੁਖਾਲੀ, ਜੋ ਇੱਛੇ ਸੋ ਫਲ ਪਾਏ। ਹੁਣ ਸਤਿਗੁਰ ਦੀ ਸੇਵਾ ਅਤ ਸੁਖਾਲੀ, ਸੁੱਖਾਂ ਦੀ ਭਰਪੂਰ ਹੈ, ਖਾਨ ਹੈ। ਜੋ ਇੱਛੇ ਸੋ ਫਲ ਪਾਏ, ਜੋ ਮੈਂ ਇੱਛਦਾ ਉਹ ਮੈਨੂੰ ਬਖਸ਼ਿਸ਼ ਕਰਦੇ ਨੇ। ਮੇਰੇ ਸਤਿਗੁਰਾਂ ਦੇ ਉਪਦੇਸ਼ ਹੈਗੇ ਨੇ। ਸ਼ਲੋਕ ਮਹਿਲਾ ਤੀਜਾ 'ਚ ਬ੍ਰਹਮ ਬਿੰਦੇ ਤਿਸਦਾ ਬ੍ਰਹਮਤ ਰਹੇ, ਏਕ ਸ਼ਬਦ ਲਿਵ ਲਾਹ, 9 ਨਿਧੀ 18 ਸਿੱਧੀ, ਪਿੱਛੇ ਲੱਗੀਆਂ ਫਿਰੇ, ਜੇ ਹਰ ਹਿਰਦੇ ਸਦਾ ਵਸਾਏ। ਸ਼ਬਦ ਦੀ ਕਮਾਈ ਨਾਲ ਉਹ ਪਰਮਾਤਮਾ ਵਸਦਾ। ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਅੱਗੇ ਉਹ ਅਕਾਲ ਪੁਰਖ ਆਪ ਜਾਣੀ ਜਾਣੇ, ਤੇ ਅਸੀਂ ਅਕਾਲ ਨਾਲ ਹੀ ਜੁੜੇ ਹੋਏ ਹਾਂ। ਇਹ ਸ਼ਬਦ ਅਕਾਲ ਹੈ, ਇਹ ਸ਼ਬਦ ਅਜੂਨੀ ਹੈ, ਇਹ ਸ਼ਬਦ ਨਿਰਭਉ ਹੈ, ਇਹ ਸ਼ਬਦ ਨਿਰਵੈਰ ਹੈ। ਤੇ ਇਹ ਜਿਹੜੇ ਅਕਾਲ ਤੇ ਅਜੂਨੀ ਹੈ ਤੇ ਮੁਕਤ ਹੈ, ਤੇ ਇਹੀ ਸਾਨੂੰ ਉਪਦੇਸ਼ ਪਹਿਲੇ ਪਾਤਸ਼ਾਹ ਨੇ ਬਖਸ਼ ਕਰਤਾ ਸੀਗਾ ਕਿ ਸ਼ਬਦ ਗੁਰੂ ਸੁਧ ਤੁਨ ਚੇਲਾ। ਔਰ 10ਵੇਂ ਪਾਤਸ਼ਾਹ ਨੇ ਹਿਦਾਇਤ ਦਿੱਤੀ, ਅਗਰ ਮੈਨੂੰ ਰੱਬ ਕਹੋਗੇ ਨਰਕਾਂ 'ਚ ਜਾਓਗੇ, ਸ਼ਬਦ ਨਾਲ ਜੁੜੋ। ਜਿੱਥੇ ਆਪ ਮੱਥਾ ਟੇਕਿਆ, ਸਾਰੇ ਸੰਸਾਰ ਨੂੰ ਸ਼ਬਦ ਨਾਲ ਜੋੜਿਆ। ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸ਼ਬਦ ਨੂੰ ਮੱਥਾ ਟੇਕਦਾ ਹੈ, ਗੁਰੂ ਮਹਾਰਾਜ ਕੋਟ ਪੈਂਡਾ ਆਗੇ ਹੋਏ ਲੇਤ ਹੈ, ਮਹਾਰਾਜ ਬਖਸ਼ਿਸ਼ ਕਰਦੇ ਨੇ। ਤੇ ਇੱਥੇ ਫਿਰ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਕਿ ਵੀ ਹੁੰਦਾ ਕੀ ਹੈ, ਸਤਿਗੁਰ ਕੀ ਸੇਵਾ ਅਤ ਸੁਖਾਲੀ। ਅਰੇ ਨਹੀਂ, ਮੈਨੂੰ ਇਹ ਕੋਈ ਕਿ ਵੀ ਮੈਨੂੰ ਦੁਨਿਆਵੀ ਚੀਜ਼ਾਂ ਨਹੀਂ ਚਾਹੀਦੀਆਂ, ਸਭ ਚਾਹੀਦੀਆਂ, ਲੇਕਿਨ ਫਸਣਾ ਨਹੀਂ, ਬੰਧਨਾਂ 'ਚ ਨਹੀਂ ਪੈਣਾ। ਔਰ ਮਹਾਰਾਜ ਨੇ ਤਾਂ ਸਾਨੂੰ ਸਰਦਾਰੀਆਂ ਬਖਸ਼ੀਆਂ ਨੇ। ਅਸੀਂ ਸਰਦਾਰੀਆਂ ਨੂੰ ਤੇ ਦਾਤ ਪਿਆਰੀ ਵਿਸਰਿਆ ਦਾਤਾਰ, ਅਸੀਂ ਉਹ ਦਾਤਾਂ ਨਾਲ ਹੀ ਗਲਤੂਨ ਹੋ ਗਏ। ਗੁਰੂ ਪਿਆਰਿਓ, ਭਾਗਾਂ ਵਾਲੇ ਆ, ਸ਼ਬਦ ਨਾਲ ਜੁੜੇ ਹੈਗੇ ਆ, ਸ਼ਬਦ ਨਾਲ ਜੁੜੇ ਹੈਗੇ ਆ। ਇਹ ਆਪਣਾ ਜੀਵਨ ਵਿਅਰਥ ਨਾ ਕਰ ਲਈਏ, ਉਹਨਾਂ ਦੁਨਿਆਵੀ ਸਹੂਲਤਾਂ ਸੁੱਖ ਸੁਵਿਧਾ ਦੇ ਥੱਲੇ ਗਰਕ ਨਾ ਹੋ ਜਾਈਏ। ਆਪਣਾ ਮੁੱਲ ਪਛਾਣੀਏ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੁੱਲ ਪਛਾਣ। ਤੇ ਸ਼ਬਦ ਨਾਲ ਜੁੜ ਕੇ ਮਿਲਦਾ ਕੀ ਹੈ, ਸਤਿਗੁਰ ਕੀ ਸੇਵਾ ਅਤ ਸੁਖਾਲੀ, ਜੋ ਇੱਛੇ ਸੋ ਫਲ ਪਾਏ। ਜਤ ਸਤ ਤਪ ਪਵਿੱਤ ਸਰੀਰਾ, ਇਹ ਸਰੀਰ ਠੰਡ ਪੈ ਜਾਂਦੀ ਹੈ। ਹਰ ਹਰ ਮਨ ਵਸਾਏ, ਇਹ ਸ਼ਬਦ ਹੀ ਉਸ ਹਰ ਨੂੰ ਮੇਰੇ ਮਨ 'ਚ ਵਸਾਏਗਾ ਤੇ ਸਦਾ ਆਨੰਦ ਰਹੇ। ਬਿਲਕੁਲ, ਇਹ ਸਦਾ ਆਨੰਦ ਰਹਿੰਦਾ ਹੈ। ਕਿਦਾਂ ਦਿਨ ਰਾਤੀ ਮਿਲ ਪ੍ਰੀਤਮ ਸੁਖ ਪਾਏ। ਤੇ ਮੇਰਾ ਪ੍ਰੀਤਮ ਤੇ ਇਹੀ ਸ਼ਬਦ ਹੈ ਜੀ। ਪ੍ਰੀਤ ਮੰਗ ਲਈਏ, ਪ੍ਰੀਤ ਪਾ ਲਈਏ। ਵਾਹਿਗੁਰੂ ਜੀ। ਗੁਰੂ ਪਿਆਰਿਓ, ਪਰਦੇਸੀ ਸਾਹਿਬ ਨੇ ਆਪਣਾ ਮਨ ਸਤਿਗੁਰੂ ਦੇ ਚਰਨਾਂ ਦੇ ਨਾਲ ਜੋੜ ਦਈਏ ਤਾਂ ਸਾਰੇ ਮਨ ਇੱਛੇ ਫਲ ਪ੍ਰਾਪਤ ਹੁੰਦੇ ਨੇ। ਵਾਹਿਗੁਰੂ। ਪ੍ਰਭ ਹੋਏ ਕਿਰਪਾਲ, ਤਾਂ ਇਹੋ ਮਨ ਲਾਈ, ਸਤਿਗੁਰੂ ਸੇਵ ਸਭੇ ਫਲ ਪਾਈ। ਸਾਰੇ ਫਲ ਪ੍ਰਾਪਤ ਹੁੰਦੇ ਨੇ। ਸਭ ਤੋਂ ਉੱਤਮ ਫਲ ਕੀ ਹੈ? ਦੁਨਿਆਵੀ ਜੋ ਪਦਾਰਥ ਨੇ ਉਹ ਤਾਂ ਸਾਨੂੰ ਸੁਤੇ ਸਿੱਧੇ ਮਿਲ ਜਾਂਦੇ ਨੇ। ਅਸਲ ਵਿੱਚ ਜਿਹੜਾ ਸਭ ਤੋਂ ਉੱਤਮ ਫਲ ਹੈ ਉਹ ਹੈ ਪਰਮਾਤਮਾ ਰੂਪੀ ਫਲ। ਸਤਿਗੁਰੂ ਦੀ ਸੇਵਾ ਕਰਨ ਦੇ ਨਾਲ ਉਹ ਪਰਮਾਤਮਾ ਰੂਪੀ ਫਲ ਮਿਲਦਾ ਹੈ। ਸਤਿਗੁਰੂ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ। ਜੋ ਪ੍ਰੇਮ ਤੇ ਸ਼ਰਧਾ ਦੇ ਨਾਲ ਸਤਿਗੁਰੂ ਦੀ ਸੇਵਾ ਕਰਦੇ ਨੇ, ਮਨ ਚਿੰਦਿਆ ਫਲ ਪਾਵਣਾ। ਮਨ ਦੇ ਵਿੱਚ ਇੱਛਾ ਕੀ ਹੈ? ਉਹ ਸਭ ਇੱਛਾ ਪੂਰੀਆਂ ਹੁੰਦੀਆਂ ਨੇ, ਪਰ ਸਤਿਗੁਰੂ ਦੀ ਸੇਵਾ ਕਰਕੇ। ਕਿਉਂਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਆਵਾਜ਼ ਆਉਂਦੀ ਹੈ ਕਿ ਜੋ ਮੰਗੈ ਠਾਕਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਇਹ ਗੁਰਬਾਣੀ ਸੱਚ ਹੈ। ਇੱਥੋਂ ਮਨ ਇੱਛੇ ਫਲ ਪ੍ਰਾਪਤ ਹੁੰਦੇ ਨੇ। ਮਨ ਚਿੰਦਿਆ ਫਲ ਪਾਵਣਾ, ਹਉਮੈ ਵਿੱਚੋਂ ਜਾਏ। ਹਉਮੈ ਹੰਕਾਰ ਸਾਡੇ ਅੰਦਰ ਜੋ ਪਰਦਾ ਬਣਿਆ ਹੋਇਆ ਹੈ, ਜੋ ਪਰਮਾਤਮਾ ਦੇ ਨਾਲ ਨਹੀਂ ਮਿਲਣ ਦਿੰਦਾ। ਸਤਿਗੁਰੂ ਪਾਤਸ਼ਾਹ ਕਹਿੰਦੇ ਸੇਵਾ ਕਰਕੇ ਵੇਖ, ਇਹ ਹਉਮੈ ਦਾ ਪਰਦਾ ਦੂਰ ਹੋ ਜਾਏਗਾ। ਪਰਮਾਤਮਾ ਦੇ ਨਾਲ ਤੇਰਾ ਮਿਲਾਪ ਹੋ ਜਾਏਗਾ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੇ ਵਸ ਹੈ ਕਾਮ ਤੇ ਨਾ, ਸੋ ਐਸਾ ਹਰ ਧਿਆਈਏ ਮੇਰੇ ਜੀੜੇ
ਤਾਂ ਸਰਬ ਸੁਖ ਪਾਵੇ ਮਨਾ। ਸਾਰੇ ਸੁੱਖ ਮਿਲਦੇ ਨੇ, ਲੋਕ ਦੇ ਸੁੱਖ ਮਿਲਦੇ ਨੇ, ਪਰਲੋਕ ਦੇ ਸੁੱਖ ਮਿਲਦੇ ਨੇ, ਪਰਮਾਤਮਾ ਦੇ ਨਾਲ ਮਿਲਾਪ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਸੁੱਖ, ਆਨੰਦ, ਪਰਮ ਸੁੱਖ ਕੀ ਨਹੀਂ ਮਿਲਦਾ, ਇੱਥੋਂ ਸਭ ਕੁਛ ਮਿਲਦਾ ਹੈ। ਸੋ ਇਸ ਕਰਕੇ ਗੁਰੂ ਕੀਆਂ ਸੰਗਤਾਂ ਦੇ ਚਰਨਾਂ 'ਚ ਇਹ ਬੇਨਤੀ ਹੈ, ਜੇਕਰ ਸਤਿਗੁਰੂ ਦੇ ਇਹਨਾਂ ਬਚਨਾਂ 'ਤੇ ਆਪ ਭਰੋਸਾ ਰੱਖਦੇ ਹੋ, ਸ਼ਰਧਾ ਰੱਖਦੇ ਹੋ, ਇਹਨਾਂ ਬਚਨਾਂ ਨੂੰ ਸੱਚ ਮੰਨਦੇ ਹੋ, ਤੇ ਹੁਣੇ ਟੈਲੀਫੋਨ ਕਰੋ, 10 ਪਾਉਂਡ ਦਾ ਡਾਇਰੈਕਟ ਡੈਬਿਟ ਜ਼ਰੂਰ ਭਰੋ। ਇੰਨੀ ਕੁ ਤਾਂ ਸਤਿਗੁਰੂ ਦੀ ਸੇਵਾ ਕਰੋ। ਸਤਿਗੁਰੂ ਪਾਤਸ਼ਾਹ ਫਿਰ ਇੱਕ ਬੀਜ ਤੋਂ ਅਨੇਕਾਂ ਦਾਣੇ ਮਿਲਦੇ ਨੇ। ਉਦਾਹਰਨਾਂ ਨੇ, ਆਪਾਂ ਬੀਜ ਦਾ ਇੱਕ ਦਾਣਾ ਬੀਜੀਏ, ਫਿਰ ਉਹ ਇੱਕੋ ਹੀ ਨਹੀਂ ਮਿਲਦਾ, ਅਨੇਕਾਂ ਸਾਨੂੰ ਫਲ ਮਿਲਦੇ ਨੇ ਉਸ ਦੇ। ਇਸੇ ਢੰਗ ਦੇ ਨਾਲ ਸਤਿਗੁਰੂ ਪਾਤਸ਼ਾਹ ਆਖਦੇ ਨੇ ਕਿ ਕੁਝ ਨਾ ਕੁਝ ਬੀਜ ਜਿਨ੍ਹਾਂ ਨੇ ਬੀਜਿਆ ਹੈ ਉਹ ਮਾਲੋ ਮਾਲ ਹੋਏ ਨੇ। ਜਿਸ ਨਾਮ ਰਿਦੇ ਸੋਈ ਵੱਡ ਰਾਜਾ। ਉਹ ਰਾਜੇ ਬਣ ਗਏ ਨੇ, ਮਹਾਰਾਜੇ ਬਣ ਗਏ ਨੇ, ਬਾਦਸ਼ਾਹ ਬਣ ਗਏ ਨੇ। ਜਿਨ੍ਹਾਂ ਦੇ ਹਿਰਦੇ ਅੰਦਰ ਨਾਮ ਵਸਿਆ, ਨਾਮ ਬੀਜ ਸੰਤੋਖ ਸੁਹਾਗਾ, ਰਖ ਗਰੀਬੀ ਬੇਸ। ਰੇ ਮਨ ਬਤਰ ਬੀਜਨ ਨਾਉ। ਇਹ ਵੱਤ ਸਿਰ ਹੈ, ਵੱਤ ਭਾਵ ਕਿ ਮਨੁੱਖਾ ਜਨਮ ਇੱਕ ਵੱਤ ਹੈ, ਤੇ ਇਸ ਬਤਰ ਦੇ ਵਿੱਚ ਜੋ ਕੁਝ ਵੀ ਬੀਜ ਦਿੱਤਾ ਉਹ ਜ਼ਰੂਰ ਪ੍ਰਫੁੱਲਤ ਹੋਵੇਗਾ। ਤੇ ਕੁਰਤਾ ਬੀਜ ਬੀਜੇ ਨਹੀਂ ਜੰਮੇ। ਜਿਹੜਾ ਬੇਰੁਤਾ ਬੀਜ ਬੀਜ ਦਿੱਤਾ ਨਾ, ਉਹ ਨਹੀਂ ਜੰਮਣਾ। ਜੇ ਜੰਮੇਗਾ ਵੀ ਤੇ ਉਹ ਫਲ ਨਹੀਂ ਦੇਵੇਗਾ। ਇਸ ਕਰਕੇ ਮਨੁੱਖਾ ਜਨਮ ਦੇ ਅੰਦਰ ਜਿਹੜਾ ਵੀ ਕਰਮ ਕੀਤਾ ਹੈ ਉਹਦੇ ਸੰਸਕਾਰ ਤੇਰੇ ਨਾਲ ਨੇ, ਤੇ ਉਹ ਜੋ ਕੁਝ ਤੂੰ ਬੀਜੇਗਾ ਉਹ ਵੱਢੇਗਾ, ਉਹੀ ਕੁਝ ਮਿਲੇਗਾ। ਇਸ ਕਰਕੇ ਸੁਚੇਤ ਹੋ ਜਾਈਏ, ਕੋਈ ਐਸੇ ਬੀਜ ਨਾ ਬੀਜ ਦਈਏ ਜੋ ਸਾਨੂੰ ਦੁੱਖ ਰੂਪ ਦੇ ਵਿੱਚ ਮਿਲਣ। ਐਸੇ ਬੀਜ ਬੀਜੀਏ ਕਿ ਮਨੁੱਖ ਸਦਾ ਆਨੰਦ ਰਹੇ, ਦਿਨ ਰਾਤੀ, ਦਿਨ ਰਾਤ ਆਨੰਦ ਹੀ ਆਨੰਦ। ਸੋ ਸਤਿਗੁਰੂ ਪਾਤਸ਼ਾਹ ਆਖਦੇ ਨੇ ਕਿ ਸਤਿਗੁਰੂ ਕੀ ਸੇਵਾ ਅਤ ਸੁਖਾਲੀ। ਜੀਵਨ ਸੌਖਾ ਹੋ ਜਾਂਦਾ ਹੈ, ਦੁੱਖ ਸਾਰੇ ਮਿਟ ਜਾਂਦੇ ਨੇ, ਟੈਨਸ਼ਨਾਂ ਸਭ ਖਤਮ ਹੋ ਜਾਂਦੀਆਂ ਨੇ। ਚਿੰਤਾ ਛੱਡ ਅਚਿੰਤ ਰਹੋ, ਨਾਨਕ ਲਗ ਪਾਈ। ਸੋ ਪਰਦੇਸੀ ਸਾਹਿਬ ਜੀ ਨੇ ਬੜੇ ਪਿਆਰ ਦੇ ਨਾਲ ਇਹ ਗੁਰੂ ਦੇ ਵਿਚਾਰ ਸਾਡੇ ਸਾਹਮਣੇ ਰੱਖੇ ਨੇ ਕਿ ਸਾਨੂੰ ਸਤਿਗੁਰੂ ਦੀ ਸ਼ਰਨ ਵਿੱਚ ਜਾਣਾ ਚਾਹੀਦਾ ਹੈ, ਸਤਿਗੁਰੂ ਦੇ ਬਚਨਾਂ ਨੂੰ ਮੰਨਣਾ ਚਾਹੀਦਾ ਹੈ, ਸਤਿਗੁਰੂ ਦੇ ਬਚਨਾਂ ਨੂੰ ਕਮਾਉਣਾ ਚਾਹੀਦਾ ਹੈ। ਸਤਿਗੁਰ ਬਚਨ ਕਮਾਵਣੇ, ਤੇ ਜਿਨ੍ਹਾਂ ਨੇ ਕਮਾਈ ਕਰ ਲਈ ਹੈ ਉਹ ਆਪਣੇ ਜੀਵਨ ਵਿੱਚ ਕਾਮਯਾਬ ਹੁੰਦੇ ਨੇ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ। ਜਿਤਨੀਆਂ ਵੀ ਸੰਗਤਾਂ ਜੁੜੀਆਂ ਨੇ, ਸੰਗਤ ਟੈਲੀਵਿਜ਼ਨ ਨੂੰ ਆਪ ਜੀ ਦੀ ਸੇਵਾ ਦੀ ਜ਼ਰੂਰਤ ਹੈ, ਅਤੀ ਜ਼ਰੂਰਤ ਹੈ। ਜਿਵੇਂ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਕੋਈ 10,000 ਜੋ ਸੇਵਾਦਾਰ ਨੇ ਅਗਰ ਡਾਇਰੈਕਟ ਡੈਬਿਟ ਭਰਦੇ ਨੇ ਤੇ ਫਿਰ ਇਸ ਮੀਡੀਆ ਦੀ ਚੜ੍ਹਦੀ ਕਲਾ ਹੋ ਸਕਦੀ ਹੈ। ਪਰ ਅਜੇ ਤੱਕ ਜੋ ਸਾਡੇ ਟਰਸਟੀ ਨੇ ਅਟਵਾਲ ਸਾਹਿਬ, ਉਹਨਾਂ ਨੇ ਦੱਸਿਆ ਕਿ ਅਜੇ ਤੱਕ 1000 ਕੁ ਤੱਕ ਹੀ ਰਹੇ ਨੇ, ਪਰ ਇਸ ਵੇਲੇ ਥੋੜ੍ਹੀ ਜਿਹੀ ਤਰੱਕੀ ਹੋਈ ਹੈ, 2000 ਤੱਕ ਹੋਏ ਨੇ। ਤੇ ਗੁਰੂ ਕੇ ਸੰਗਤਾਂ ਨੂੰ ਬੇਨਤੀ ਹੈ ਕਿ ਹਿੰਮਤ ਜਟਾਓ, ਸਾਰੇ ਸਾਂਝ ਪਾਓ। ਐਸਾ ਨਾ ਸਮਝੀਏ ਕਿ ਸਾਡੇ 5-10 ਪਾਉਣ ਦੇ ਨਾਲ ਕੀ ਫਰਕ ਪੈਣਾ, ਨਾ ਕੀਤਾ ਤਾਂ। ਗੁਰੂ ਪਿਆਰਿਓ, ਜੇ ਇੱਦਾਂ ਸਾਰੇ ਹੀ ਸਮਝਣ ਲੱਗ ਪਏ ਤਾਂ ਫਿਰ ਤੇ ਉਹ ਦਰਿਆ ਸੁੱਕ ਜਾਏਗਾ। ਜੇਕਰ ਸਾਰੀਆਂ ਬੂੰਦਾਂ, ਕਹਿੰਦੇ ਬੂੰਦ ਬੂੰਦ ਕਰਕੇ ਦਰਿਆ ਭਰ ਜਾਂਦਾ ਹੈ, ਤਾਂ ਜੇ ਸਾਰੀਆਂ ਬੂੰਦਾਂ ਕਹਿਣ ਕਿ ਮੇਰੇ ਨਾਲ ਕੀ ਫਰਕ ਪੈਂਦਾ ਹੈ, ਫਿਰ ਤਾਂ ਉਹ ਇੱਕ ਦਿਨ ਸੁੱਕ ਜਾਵੇਗਾ ਨਾ। ਇਸ ਕਰਕੇ ਸਾਰੇ ਹੀ ਇਹ ਸੋਚਦੇ ਨੇ ਕਿ ਮੇਰੇ 5-10 ਪਾਉਣ ਨਾਲ ਥੋੜ੍ਹਾ ਕਿਤੇ ਟੈਲੀਵਿਜ਼ਨ ਚੱਲਦਾ ਹੈ। ਨਹੀਂ ਗੁਰੂ ਪਿਆਰਿਓ, ਜਦੋਂ ਅਸੀਂ ਸਾਰੇ ਇਕੱਤਰ ਹੋ ਕੇ ਸੇਵਾ ਵਿੱਚ ਜੁਟ ਜਾਵਾਂਗੇ ਤੇ ਆਪ ਜੀ ਦੇ ਉਹ 5-10 ਪਾਉਂਡ ਦੀ ਕੀਮਤ ਬਹੁਤ ਹੋਵੇਗੀ। ਇਸ ਕਰਕੇ ਆਪਣੇ ਜੀਵਨ ਦੇ ਵਿੱਚ ਅਗਰ ਤਰੱਕੀ ਕਰਨੀ ਹੈ ਤੇ ਆਪਣੀ ਸੋਚ ਨੂੰ ਉੱਚੀਆਂ ਰੱਖੋ।
ਜਦੋਂ ਸਾਡੀ ਸੋਚ ਉੱਚੀ ਹੋਵੇਗੀ ਫਿਰ ਅਸੀਂ ਕਰਮ ਵੀ ਚੰਗੇ ਹੀ ਕਰਾਂਗੇ। ਸੋ ਆਸ ਹੈ ਕਿ ਦਾਸ ਦੀ ਬੇਨਤੀ ਨੂੰ ਸੰਗਤਾਂ ਜ਼ਰੂਰ ਪ੍ਰਵਾਨ ਕਰਨਗੀਆਂ। ਸੋ ਆਓ ਇਹ ਸਭ ਕੁਝ ਵਿਚਾਰ, ਸੇਵਾ ਤੇ ਸਿਮਰਨ, ਇਹ ਗੁਰਬਾਣੀ ਸਾਨੂੰ ਪ੍ਰੇਰਨਾ ਦੇ ਰਹੀ ਹੈ ਕਿ ਭਾਈ ਸੇਵਾ ਕਰ। ਸੋ ਸਤਿਗੁਰੂ ਕੀ ਸੇਵਾ ਅਤਿ ਸੁਖਾਲੀ, ਜੋ ਇੱਛੇ ਸੋ ਫਲ ਪਾਏ। ਇਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਗਰੰਟੀ ਲੈਂਦੇ ਨੇ ਕਿ ਜੋ ਸੇਵਾ ਕਰਨਗੇ ਉਹਨਾਂ ਨੂੰ ਮਨ ਇੱਛੇ ਫਲ ਪ੍ਰਾਪਤ ਹੋਣਗੇ। ਆ ਜੋ ਅਗਲੀਆਂ ਪੰਕਤੀਆਂ ਨੇ ਉਹ ਪਰਦੇਸੀ ਸਾਹਿਬ ਆਪ ਜੀ ਨੇ ਨਾਲ ਵਿਚਾਰ ਦੀ ਸਾਂਝ ਪਾਉਣਗੇ। ਵਾਹਿਗੁਰੂ ਜੀ। ਸੰਗਤ ਜੀ, ਆਪ ਜੀਆਂ ਦਾ ਪਿਆਰ ਨਾਲ ਇੱਕ ਦਮੜਾ ਵੀ ਮੇਰੇ ਸਤਿਗੁਰਾਂ ਦੀ ਕਿਰਪਾ ਤੇ ਬਖਸ਼ਿਸ਼ਾਂ ਤੇ ਅਸੀਸਾਂ ਨਾਲ ਭਰਪੂਰ ਹੁੰਦਾ ਹੈ। ਸੋ ਆਪ ਜੀ ਦਾ ਇੱਕ ਦਮੜਾ ਵੀ ਪ੍ਰਵਾਨ ਹੈ, ਕਿਉਂਕਿ ਮੇਰੇ ਸਤਿਗੁਰੂ ਜੀ ਵਰਤਦੇ ਹੀ ਸੰਗਤ 'ਚ ਨੇ। ਆਪ ਜੀ ਦਾ ਜਿਹੜਾ ਉਹ ਪਿਆਰ ਦੀ ਅਸੀਸ ਮਿਲਦੀ ਹੈਗੀ ਹੈ, ਉਹ ਸਾਨੂੰ ਚੜ੍ਹਦੀਆਂ ਕਲਾਂ ਵਾਲੇ ਪਾਸੇ ਲੈ ਕੇ ਜਾਂਦੀ ਹੈਗੀ ਹੈ। ਜਿੱਥੇ ਮਾਇਆ ਗੁਜ਼ਰਾਨ ਹੈ ਤੇ ਉਹ ਇਹ ਦੁਨਿਆਵੀ ਕਾਰਜਾਂ ਤੋਂ ਸਾਨੂੰ ਚੜ੍ਹਦੀਆਂ ਕਲਾ ਵਾਸਤੇ ਸਹਾਇਕ ਸਿੱਧ ਹੁੰਦੀ ਹੈਗੀ ਹੈ। ਤੇ ਆਪ ਜੀਆਂ ਦਾ ਇੱਕ ਦਮੜਾ ਵੀ ਜਿਹੜਾ ਹੈਗਾ ਵੇ ਉਹ ਮੇਰੇ ਸਤਿਗੁਰਾਂ ਦੀਆਂ ਕਿਰਪਾਵਾਂ ਤੇ ਬਖਸ਼ਿਸ਼ਾਂ ਨਾਲ ਭਰਪੂਰ ਹੁੰਦਾ ਹੈ। ਤੇ ਵੱਧ ਚੜ੍ਹ ਕੇ ਆਪ ਜੀ ਹਿੱਸੇ ਪਾਓ। ਮੇਰੇ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਇਸ ਉਪਦੇਸ਼ 14 ਬੰਦ ਤੇ ਇਸ ਉਪਦੇਸ਼ ਨੂੰ ਸੰਪੂਰਨ ਬਖਸ਼ਿਸ਼ ਕਰਦੇ ਹੋਇਆਂ ਬਖਸ਼ਿਸ਼ ਕਰ ਰਹੇ ਨੇ। ਜੋ ਸਤਿਗੁਰ ਕੀ ਸ਼ਰਨਾਗਤੀ ਹੋਂ ਤਿਨ ਕੇ ਬਲ ਜਾਉ, ਦਰ ਸੱਚੇ ਸੱਚੀ ਵਡਿਆਈ ਸਹਿਜੇ ਸੱਚ ਸਮਾਉ, ਨਾਨਕ ਨਦਰੀ ਪਾਈਐ ਗੁਰਮੁਖ ਮੇਲ ਮਿਲਾਉ। ਗੁਰੂ ਪਿਆਰਿਓ, ਗੁਰੂ ਨਾਨਕ ਪਾਤਸ਼ਾਹ ਆਪ ਅਕਾਲ ਰੂਪ ਤੀਜੇ ਪਾਤਸ਼ਾਹ ਦੇ ਰੂਪ 'ਚ ਹੋ ਕੇ ਕਹਿ ਰਹੇ ਨੇ, ਉਹ ਗੁਰੂ ਦਾ ਪਿਆਰਾ ਜਿਹੜਾ ਗੁਰਸਿੱਖ ਹੋ ਜਾਂਦਾ ਹੈ, ਜਿਹੜਾ ਗੁਰਮੁਖ ਹੋ ਜਾਂਦਾ ਹੈ ਤੇ ਆਪਣੇ ਸਤਿਗੁਰਾਂ ਦੀ ਸ਼ਰਣੀ 'ਚ ਆਉਂਦਾ ਹੈ ਤੇ ਆਪਣੇ ਸਤਿਗੁਰ ਦੇ ਉਪਦੇਸ਼ ਨੂੰ ਮੰਨਦਾ ਹੈ। ਮਹਾਰਾਜ ਕਹਿੰਦੇ ਨੇ, ਇਹੋ ਜਿਹੇ ਗੁਰਮੁਖਾਂ ਦੇ ਮੈਂ ਬਲਹਾਰੀ ਜਾਵਾਂ, ਮੈਂ ਬਲ ਜਾਵਾਂ। ਜੋ ਸਤਿਗੁਰ ਕੀ ਸ਼ਰਨਾਗਤੀ, ਤੇ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸ਼ਬਦ ਨੂੰ ਗੁਰੂ ਕਿਹਾ, 10ਵੇਂ ਪਾਤਸ਼ਾਹ ਨੇ ਬਿਲਕੁਲ ਹੁਕਮ ਕਰਤਾ, ਸਭ ਸਿੱਖਾਂ ਨੂੰ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤੇ ਗੁਰੂ ਪਿਆਰਿਓ, ਤੇ ਜਦੋਂ ਇਹ ਸ਼ਰਨ ਪੈ ਕੇ ਤੇ ਇਸ ਸ਼ਬਦ ਦੀ ਕਮਾਈ ਵਾਲਾ ਜਿਹੜਾ ਗੁਰਮੁਖ, ਇਹ ਮੈਂ ਮਨਮੁਖੀ ਹਾਂ ਜਦੋਂ ਮੈਂ ਮਨ ਦੇ ਕਾਰਜ ਕਰਦਾ। ਤੇ ਜਦੋਂ ਮੈਂ ਸ਼ਬਦ ਤੋਂ ਸੇਧ ਲੈ ਕੇ ਆਪਣੇ ਗੁਰੂ ਦੀ ਮੰਨ ਕੇ, ਤੇ ਮੰਨਣ ਵਾਸਤੇ ਪਹਿਲੇ ਮੈਨੂੰ ਗਾਵੇ, ਮੈਂ ਪੜ੍ਹਿਆ, ਫਿਰ ਮੈਂ ਸੁਣਿਆ, ਮਹਾਰਾਜ ਨੇ ਬਖਸ਼ਿਸ਼ ਕੀਤੀ, ਬੁੱਝਿਆ ਤੇ ਮੈਂ ਗੁਰਾਂ ਦੀ ਮੰਨ ਲਈ। ਤੇ ਮਹਾਰਾਜ ਨੇ ਮੈਨੂੰ ਗੁਰਮੁਖ ਵਾਲੀ ਜਦੋਂ ਅਵਸਥਾ ਦਿੱਤੀ, ਤੇ ਮਹਾਰਾਜ ਵਡਿਆਈ ਦੇਖੋ ਗੁਰੂ ਪਿਆਰਿਓ ਸ਼ਬਦਾਂ 'ਚ ਨਹੀਂ ਬਿਆਨ ਹੋ ਸਕਦੀ। ਜੋ ਸਤਿਗੁਰ ਕੀ ਸ਼ਰਨਾਗਤੀ ਹੋਂ ਤਿਨ ਕੇ ਬਲ ਜਾਉ, ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿ ਰਹੇ ਨੇ, ਮੈਂ ਉਹਨਾਂ ਦੇ ਬਲਹਾਰੇ ਜਾਵਾਂ ਜਿਹੜੇ ਉਸ ਅਕਾਲ ਪੁਰਖ ਨੂੰ ਯਾਦ ਕਰਦੇ ਨੇ, ਉਹਦਾ ਸਿਮਰਨ ਕਰਦੇ ਨੇ ਤੇ ਉਹਦੇ ਭਾਣੇ ਵਿੱਚ ਗੁਜ਼ਰ ਕੇ ਇੱਕ ਇਨਸਾਨ ਨੂੰ ਇਨਸਾਨ ਸਮਝ ਕੇ, ਇੱਕ ਦੁਨੀਆ ਨੂੰ ਉਸ ਰੱਬ ਦੀ ਨਿਆਮਤ ਸਮਝ ਕੇ ਆਪਣਾ ਜੀਵਨ ਵਿਆਪਤ ਕਰਦੇ ਨੇ। ਤੇ ਸੋ ਜੋ ਸਤਿਗੁਰ ਕੀ ਸ਼ਰਨਾਗਤੀ ਹੁਣ ਤਿਨ ਕੇ ਬਲ ਜਾਉ, ਦਰ ਸੱਚੇ ਸੱਚੀ ਵਡਿਆਈ ਸਹਿਜੇ ਸੱਚ ਸਮਾਉ। ਇਹ ਦਰ ਸੱਚਾ ਹੈ, ਤੇ ਜਦੋਂ ਇਹ ਸ਼ਬਦ ਦੀ ਕਮਾਈ ਅੰਦਰ ਆਂਦੀ ਹੈ ਤੇ ਸੱਚ ਆਂਦਾ ਹੈ, ਫਿਰ ਸੱਚ ਬੋਲਣ ਦੀ ਜੁਰਤ ਵੀ ਆਉਂਦੀ ਹੈ। ਫਿਰ ਮੈਂ ਗਲਤ ਕੀਤਾ ਤੇ ਜੁਰਤ ਆ ਜਾਂਦੀ ਹੈ ਕਿ ਮੇਰੇ ਤੋਂ ਗਲਤੀ ਹੋਈ ਹੈ। ਅੰਦਰ ਸੱਚ ਵਸਿਆ, ਸੱਚ ਸਮਾਉ, ਫਿਰ ਨਾਨਕ ਨਦਰੀ। ਉਹ ਗੁਰੂ ਪਿਆਰਿਓ, ਇੱਥੇ ਅਹੰਕਾਰ ਨੂੰ ਕੋਈ ਥਾਂ ਨਹੀਂ, ਇੱਥੇ ਸਭ ਨਦਰੀ ਨੂੰ ਥਾਂ ਹੈ। ਨਾਨਕ ਨਦਰੀ, ਨਦਰ ਨਿਹਾਲ। ਫਿਰ ਕੀ ਹੁੰਦੀ ਹੈ? ਨਾਨਕ ਨਦਰੀ, ਫਿਰ ਇਹ ਕਿਰਪਾ ਹੁੰਦੀ ਹੈ। ਨਾਨਕ ਨਦਰੀ ਪਾਈ ਹੈ, ਉਸ ਦੀ ਕਿਰਪਾ ਦ੍ਰਿਸ਼ਟੀ ਨਾਲ ਹੀ ਅਸੀਂ ਪਾ ਸਕਦੇ ਹਾਂ, ਹੰਕਾਰੀ ਹੋ ਕੇ ਨਹੀਂ ਪਾ ਸਕਦੇ। ਨਾਨਕ ਨਦਰੀ ਪਾਈ ਹੈ, ਗੁਰਮੁਖ ਮੇਲ ਮਿਲਾਓ, ਤੇ ਗੁਰਮੁਖ ਹੋ ਕੇ ਮੈਂ ਆਪਣਾ ਜੀਵਨ ਸਫਲਾ ਕਰਕੇ ਉਸ ਜੋਤੀ ਨਾਲ ਜੋਤ 'ਚ ਮਿਲਣ ਦੇ ਆਪਣੇ ਪੈਂਡੇ ਚੱਲ ਸਕਦਾ। ਸੋ ਗੁਰੂ ਪਿਆਰਿਓ, ਨਾਨਕ ਨਦਰੀ ਨਦਰ ਨਿਹਾਲ, ਤੇ ਸਤਿਗੁਰੂ ਪਾਤਸ਼ਾਹ ਇਹ ਨਿਹਾਲਤਾ ਸਭ ਨੂੰ ਬਖਸ਼ਿਸ਼ ਕਰਨ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਿਆਲ, ਏਕ ਅਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ। ਸੋ ਗੁਰੂ ਪਾਤਸ਼ਾਹ ਕਿਰਪਾ ਕਰਨ, ਸਭ ਦੇ ਜੀਵਨ ਸੁੱਖਾਂ ਦੇ ਨਾਲ ਭਰਨ, ਸਭ ਨੂੰ ਮਨ ਇੱਛੇ ਫਲ ਬਖਸ਼ਿਸ਼ ਹੋਣ। ਵਾਹਿਗੁਰੂ। ਜਿੰਨੀਆਂ ਵੀ ਸੰਗਤਾਂ ਨੇ ਹਾਜ਼ਰੀ ਭਰੀ ਹੈ, ਇਹ ਗੁਰਬਾਣੀ ਇਸ ਜੱਗ ਮੈਂ ਚਾਨਣ, ਤੇ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦੀ ਬਾਣੀ ਦੀ ਵਿਚਾਰ ਹੋਈ ਹੈ। ਸਤਿਗੁਰੂ ਪਾਤਸ਼ਾਹ ਨੇ ਬੜੇ ਰਹੱਸ ਦੀਆਂ ਗੱਲਾਂ ਸਾਨੂੰ ਸਮਝਾਈਆਂ ਨੇ, ਤੇ ਇਹਨਾਂ ਨੂੰ ਸਮਝ ਕੇ ਸਾਨੂੰ ਕਮਾਉਣਾ ਚਾਹੀਦਾ ਹੈ। ਜਿਨ੍ਹਾਂ ਨੇ ਕਮਾ ਲਿਆ ਉਹਨਾਂ ਨੇ ਇਹ ਮਨ ਇੱਛੇ ਫਲ ਪਾ ਲਏ, ਤੇ ਜਿਹੜਾ
ਬੀਜ ਧਰਤੀ ਦੀ ਗੋਦ ਵਿੱਚ ਨਹੀਂ ਗਿਆ, ਬੀਜਿਆ ਹੀ ਨਹੀਂ, ਉਸ ਦਾ ਫਿਰ ਵਾਹਿਗੁਰੂ। ਕੋਈ ਫਲ ਨਹੀਂ ਮਿਲਦਾ। ਵਾਹਿਗੁਰੂ ਇਸ ਕਰਕੇ ਗੁਰੂ ਪਿਆਰਿਓ ਇੱਥੇ ਹੀ ਸਮਾਪਤੀ ਹੈ। ਵਾਹਿਗੁਰੂ ਤੇ ਆਖਰ ਵਿੱਚ ਫਿਰ ਸੰਗਤਾਂ ਨੂੰ ਬੇਨਤੀ ਹੈ ਕਿ ਸੰਗਤ ਟੈਲੀਵਿਜ਼ਨ ਨੂੰ ਆਪ ਜੀ ਦੇ ਸਹਿਯੋਗ ਦੀ ਅਤੀ ਲੋੜ ਹੈ। ਵਾਹਿਗੁਰੂ ਜ਼ਰੂਰ 10-10 ਪਾਉਂਡ ਦਾ ਡਾਇਰੈਕਟ ਡੈਬਿਟ ਜ਼ਰੂਰ ਭਰੋ, ਜ਼ਰੂਰ ਸੇਵਾ ਕਰੋ, ਸੰਗਤ ਟੈਲੀਵਿਜ਼ਨ ਦੇ ਮੈਂਬਰ ਬਣੋ, ਵਾਹਿਗੁਰੂ ਤਾਂ ਕਿ ਇਸ ਸੰਗਤ ਟੈਲੀਵਿਜ਼ਨ ਦੇ ਦੁਆਰਾ ਸੰਗਤਾਂ ਹੀ ਜੁੜਨ, ਸੰਗਤਾਂ ਹੀ ਸੁਣਨ, ਸੰਗਤਾਂ ਹੀ ਸੇਵਾ ਕਰਨ, ਤਾਂ ਕਿ ਸਾਰੀ ਸੰਗਤ ਦਾ, ਸਾਰੀ ਦੁਨੀਆ ਦਾ ਭਲਾ ਹੋਵੇ। ਸੋ ਇੱਥੇ ਹੀ ਖਿਮਾ ਦੇ ਜਾਤਕਾਂ ਵਾਹਿਗੁਰੂ ਜੀ। ਹੋਈਆਂ ਭੁੱਲਾਂ ਦੇ ਖਿਮਾ। ਸੋ ਪਰਦੇਸੀ ਸਾਹਿਬ ਆਪ ਜੀ ਨੂੰ ਵਾਹਿਗੁਰੂ ਔਰ ਸਾਰੀ ਸੰਗਤ ਨੂੰ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।